ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨਾ ਪੰਕਜ ਬੰਦਨਾ ਸਿਮਰੋ ਅੰਗਦ ਦੁਖ ਨਿਕੰਦਨਾ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਓ ਗੁਰੂ ਅਰਜਨ ਬਿਗਨ ਕੇ ਨਾਸ਼ਕ ਬਿਗਨ ਵਿਨਾਸ਼ਕ ਸ਼੍ਰੀ ਹਰਿ ਗੋਬਿੰਦ ਸੁਮਤ ਪਰਿਵਾਸਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਚੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਸਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਹਸਤੋਂ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਵਿਨਾਸ਼ਨ ਸੋਏ ਦੋਹਰਾ ਸਕਲ ਸੈਲ ਪਤ ਚਿਰ ਰਹੇ ਨਿਜ ਰਜ ਤਾਨੀ ਜਾਏ ਆਲਮਾਨ ਸਤਿਗੁਰੂ ਕੀ ਗੁਰ ਹੰਕਾਰ ਮਿਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਜਦੋਂ ਪਹਿਲੀ ਵਾਰ ਸਤਿਗੁਰੂ ਜੀ ਕਿਲ੍ਹਾ ਸਾਹਿਬ ਤੋਂ ਬਾਹਰ ਨਿਕਲੇ ਅਨੰਦਪੁਰ ਦੇ ਕਿਲ੍ਹੇ ਚੋਂ ਤਾਂ ਇਹਨਾਂ ਦਾ ਖਿਆਲ ਸੀ ਕਿ ਅਸੀਂ ਗੁਰੂ ਨੂੰ ਫੜ ਲਵਾਂਗੇ, ਪਰ ਗੁਰੂ ਸਾਹਿਬ ਵੀ ਇੱਕ ਬੱਬਰ ਸ਼ੇਰ ਦੀ ਨਿਆਈ ਉਸੇ ਇਲਾਕੇ 'ਚ ਵਿਚਰਦੇ ਰਹੇ ਔਰ ਇਹਨਾਂ ਨੇ ਕੋਸ਼ਿਸ਼ ਵੀ ਕੀਤੀ ਇੱਥੋਂ ਤੱਕ ਕਿ ਦਿੱਲੀ ਸਰਕਾਰ ਤੋਂ ਵੀ ਇਹਨਾਂ ਨੇ ਫੌਜ ਮੰਗਵਾ ਲਈ। ਸਰਹੰਦ ਦਾ ਸੂਬੇਦਾਰ ਵਜੀਦਾ ਫੌਜ ਲੈ ਕੇ ਆਇਆ, ਪਰ ਇਹ ਹੈਰਾਨ ਹੋ ਗਏ ਜਦੋਂ ਗੁਰੂ ਕੀਆਂ ਫੌਜਾਂ ਨੇ ਇਹਨਾਂ ਦੀ ਲੱਖਾਂ ਦੀ ਗਿਣਤੀ ਵਿੱਚ ਵਜੀਦੇ ਦੇ ਸਿਪਾਹੀ ਘੋੜੇ ਔਰ ਪਹਾੜੀਆਂ ਦੇ ਸਿਪਾਹੀ ਘੋੜੇ ਬੇਅੰਤ ਮਾਰ ਦਿੱਤੇ, ਪਰ ਇਹ ਸਤਿਗੁਰ ਦਾ ਬਾਲ ਵਿੰਗਾ ਨਾ ਕਰ ਸਕੇ, ਸਤਿਗੁਰ ਦੇ ਨੇੜੇ ਨਾ ਪਹੁੰਚ ਸਕੇ। ਉੱਥੇ ਵਿਚਰਦਿਆਂ ਹੋਇਆ ਸਤਿਗੁਰਾਂ ਨੇ ਵਿਸਾਲੀ ਰਾਜੇ ਨੂੰ ਮਿਲਣਾ ਕੀਤਾ, ਭੰਬੋਰ ਦੇ ਰਾਜੇ ਨੂੰ ਮਿਲਣਾ ਕੀਤਾ, ਕਲਮੋੜ ਦੇ ਗੁਜਰਾਂ ਨੂੰ ਜਿਹੜਾ ਸੀਗਾ ਗੁਰੂ ਪਿਆਰੋ ਰਗੜਾ ਤੇ ਗੁਜਰਾਂ ਨੇ ਜਿਹਨਾਂ ਨੇ ਸੰਗਤ ਲੁੱਟਿਆ ਸੀ ਉਹਨਾਂ ਨੂੰ ਸਬਕ ਸਿਖਾਉਣਾ ਕੀਤਾ। ਇਸ ਤਰ੍ਹਾਂ ਬੱਬਰ ਸ਼ੇਰ ਦੀ ਨਿਆਈ ਘੁੰਮਦੇ ਘੁਮਾਉਂਦੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਪਸ ਫਿਰ ਅਨੰਦਪੁਰ ਸਾਹਿਬ ਚ ਆ ਗਏ ਔਰ ਜੋ ਕੋਈ ਤੋੜ ਫੋੜ ਘਾਟ ਬਾਦ ਹੋਈ ਸੀ ਉਹ ਦੁਬਾਰੇ ਠੀਕ ਕਰਵਾਈ ਔਰ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੀ ਮਸਤੀ ਵਿੱਚ ਵਸਣ ਲੱਗੇ ਦੁਆਰਾ ਅਨੰਦਪੁਰ ਚ। ਜਿਹੜੇ ਰਾਜੇ ਸਨ ਹੁਣ ਉਹਨਾਂ ਦਾ ਹੰਕਾਰ ਖਤਮ ਹੋ ਗਿਆ, ਜਿਹੜੇ ਸੋਚਦੇ ਸੀ ਨਾ ਜੇ ਕਿਤੇ ਗੁਰੂ ਸਾਹਿਬ ਕਿਲੇ ਚੋਂ ਬਾਹਰ ਆ ਜਾਣ ਸ਼ਾਇਦ ਅਸੀਂ ਉਦੋਂ ਫੜ ਲਈ, ਹੁਣ ਕਿਲੇ ਦੀ ਓਟ ਰੱਖੀ ਹੋਈ ਆ, ਪਰ ਗੁਰੂ ਨੇ ਕਿਲੇ ਤੋਂ ਬਾਹਰ ਆ ਕੇ ਵੀ ਵਿਖਾ ਦਿੱਤਾ ਵੀ ਆ ਜਾਓ ਫਿਰ। ਤਾਂ ਅਖੀਰ ਹੁਣ ਇਹਨਾਂ ਰਾਜਿਆਂ ਨੇ ਖਾਸ ਕਰਕੇ ਇਹਨਾਂ ਦਾ ਮੁਖੀ ਰਾਜਾ ਭੀਮ ਚੰਦ ਜੀ ਨੂੰ ਬੜੀਆਂ ਫਟਕਾਰਾਂ ਪੈਂਦੀਆਂ, ਸਾਰੇ ਪਹਾੜੀਏ ਕਿਹਾ ਮੁਸਲਮਾਨ ਕਿਹਾ, ਮੁਸਲਮਾਨਾਂ ਦੀਆਂ ਦੀਵੀਆਂ ਪਹਾੜੀਆਂ ਦੀਆਂ ਦੀਵੀਆਂ ਇਹਨਾਂ ਨੂੰ ਲਾਹਨਤਾਂ ਪਾਉਂਦੀਆਂ ਕਿ ਗੁਰੂ ਨਾਨਕ ਦੇ ਘਰ ਦੇ ਨਾਲ ਆਢਾ ਵਿੱਢ ਕੇ ਇਹਨਾਂ ਨੇ ਚੰਗਾ ਨਹੀਂ ਕੀਤਾ। ਹੁਣ ਭੀਮ ਚੰਦ ਜਿਹੜਾ ਹੈ ਗੁਰੂ ਪਿਆਰਿਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਦੁਬਾਰਾ ਮਿਲਣਾ ਚਾਹੁੰਦਾ ਹੈ ਤੇ ਮਿਲਣ ਵਾਸਤੇ ਕੀ ਬੇਨਤੀ ਕਰਦਾ ਇਹ ਆਪਾਂ ਅੱਜ ਵਿਚਾਰਾਂ ਆਰੰਭ ਕਰਕੇ ਸਰਵਣ ਕਰਾਂਗੇ। ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕੋ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸਕਲ ਸਹਿਲ ਪਤ ਚਿਰ ਰਹੇ, ਨਿਜ ਰਜਦਾਨੀ ਜਾਏ। ਇਸ ਤਰ੍ਹਾਂ ਗੁਰੂ ਪਿਆਰਿਓ, ਧੰਨ ਗੁਰੂ ਗੋਬਿੰਦ ਸਿੰਘ ਜੀ ਵਾਪਸ ਘੁੰਮ ਘੁਮਾ ਕੇ ਅਨੰਦਪੁਰ ਚ ਆ ਗਏ ਤੇ ਪਹਾੜੀਏ ਜਿਹੜੇ ਸਨ ਇਹ ਸਾਰੇ ਬਚੀ ਖੁਚੀ ਫੌਜ ਲੈ ਕੇ ਆਪਣੀਆਂ ਰਾਜਧਾਨੀਆਂ ਨੂੰ, ਬਾਈ ਧਾਰ ਦੇ ਰਾਜੇ ਸਨ, 22 ਰਾਜੇ ਸਨ, ਉਹ ਆਪੋ ਆਪਣੇ ਇਲਾਕਿਆਂ ਨੂੰ ਚਲੇ ਗਏ ਜੀ। ਆਨ ਮਾਨ ਸਤਿਗੁਰੂ ਕੀ ਗੁਰ ਹੰਕਾਰ ਮਿਲਾਏ। ਹੁਣ ਇਹਨਾਂ ਨੂੰ ਗੁਰੂ ਦੀ ਆਣ ਮੰਨਣੀ ਪੈਣੀ ਹੈ, ਕਿਉਂਕਿ ਇਹਨਾਂ ਨੇ ਸਾਰੇ ਵਾਹ ਲਾ ਕੇ ਦੇਖ ਲਏ, ਨਾਮ ਸਾਮ ਦੰਡ ਭੇਦ ਹੋਰ ਵੀ ਇਦੋਂ ਵੱਧ ਵਰਤ ਕੇ ਦੇਖ ਲਏ, ਪਰ ਗੁਰੂ ਨੂੰ ਹਰਾ ਨਹੀਂ ਸਕੇ, ਗੁਰੂ ਸਾਹਿਬ ਨੂੰ ਫੜ ਨਹੀਂ ਸਕੇ, ਗੁਰੂ ਸਾਹਿਬ ਦਾ ਵਾਲ ਵਿੰਗਾ ਨਹੀਂ ਕਰ ਸਕੇ। ਫਕੀਰ ਇਹਨਾਂ ਦੀਆਂ ਧੌਣਾ ਝੁਕ ਗਈਆਂ, ਇਹਨਾਂ ਦਾ ਹੰਕਾਰ ਉੱਡ ਗਿਆ ਔਰ ਗੁਰੂ ਦੀ ਆਣ ਮੰਨ ਗਏ ਜੀ। ਜਹਾਂ ਕਹਾ ਹੋਏ ਦੂਸ਼ਣ ਤੇਰੇ, ਭੀਮ ਚੰਦ ਨਰ ਪਠਵਨ ਕਰੇ। ਔਰ ਭੀਮ ਚੰਦ ਰਾਜਾ ਜਿਹੜਾ ਪਹਾੜੀ ਆ, ਇਹ ਸਲਾਹ ਕਰਦਾ ਹੈ ਕਿਉਂ ਨਾ ਮੈਂ ਗੁਰੂ ਦੀ ਸ਼ਰਨ ਲੈ ਲਾਂ, ਕਿਉਂਕਿ ਵੈਸੇ ਇਹਨਾਂ ਦਾ ਭਰੋਸਾ ਹੈ ਨਹੀਂ, ਕਿਉਂਕਿ ਸਤਿਗੁਰ ਨੇ ਪਹਿਲਾਂ ਜਦੋਂ ਅਨੰਦਪੁਰ ਛੱਡਿਆ ਸੀਗਾ ਤੇ ਸਿੱਖਾਂ ਨੂੰ ਦੱਸਿਆ ਸੀ ਕਿ ਇਹਨਾਂ ਦੀਆਂ ਕਸਮਾਂ ਝੂਠੀਆਂ ਨੇ, ਔਰ ਜੇ ਕਹੋ ਤਾਂ ਦਿਖਾ ਦਿੰਦੇ ਆ। ਤੇ ਸਤਿਗੁਰ ਕਹਿਣ ਲੱਗੇ ਸਾਨੂੰ ਖੱਚਰਾਂ ਦੇ ਵੱਲ ਭੇਜੋ, ਅਸੀਂ ਕੋਈ ਸਮਾਨ ਬਾਹਰ ਕੱਢਣਾ ਹੈ ਆਪਣਾ ਖਜ਼ਾਨਾ, ਤੇ ਫਿਰ ਅਸੀਂ ਨਿਕਲਾਂਗੇ। ਤੇ ਜਦੋਂ ਖਜ਼ਾਨਾ ਬਾਹਰ ਕੱਢਿਆ ਤੇ ਉਹਨਾਂ ਨੇ ਲੁੱਟ ਲਿਆ, ਕੋਈ ਖੱਚਰ ਖੋਹ ਕੇ ਲੈ ਗਿਆ, ਕੋਈ ਬਲਦ ਖੋਹ ਕੇ ਲੈ ਗਿਆ। ਜਦ ਦੂਜੇ ਦਿਨ ਘਰੇ ਜਾ ਕੇ ਕੁਰਜੀਆਂ ਫਰੋਲੀਆਂ ਦੇ ਵਿੱਚ ਉਹ ਹੱਡ ਕਵਾੜ ਖਾਨਾ ਟੁੱਟੇ ਭੱਜੇ ਜੋੜੇ ਛਤਰਾਂ ਦੀ ਜਦ ਨਿਕਲੇ ਤੇ ਮੱਥੇ ਤੇ ਹੱਥ ਮਾਰਦੇ ਆ ਵੀ ਸਾਡਾ ਧਰਮ ਗਿਆ। ਧਰਮ ਤਾਂ ਉਹਦੀ ਗਿਆ ਜਦੋਂ ਇਹਨਾਂ ਨੇ ਸਹੁੰ ਪਾ ਕੇ ਸਹੁੰ ਤੋੜ ਦਿੱਤੀ ਹੈ। ਖੈਰ ਮੇਰੇ ਪ੍ਰੀਤਮ ਜੀ ਨੂੰ ਹੁਣ ਮਿਲਣ ਵਾਸਤੇ ਆਉਂਦੇ ਆ, ਚੁੱਪ ਕਰਕੇ ਬੈਠ ਗਏ। ਭੀਮ ਚੰਦ ਸਲਾਹ ਕਰਦਾ ਹੈ ਕਿ ਮੈਂ ਗੁਰੂ ਗੋਬਿੰਦ ਸਿੰਘ ਤੋਂ ਮਾਫੀ ਮੰਗ ਕੇ ਔਰ ਉਹਨਾਂ ਦੇ ਨਾਲ ਸ਼ਰਨ ਪਵਾਂ ਜੀ। ਪ੍ਰਭ ਜੀ ਭੂਲਿਓ ਮੈਂ ਬਖਸ਼ੀਜੈ, ਨਿਜ ਪਤ ਸਿੰਧ ਬਿਰਤ ਦਤ ਲੀਜੈ। ਔਰ ਬੇਨਤੀ ਕਰਦਾ ਹੈ ਕਿ ਮਹਾਰਾਜ ਜੀ ਤੁਹਾਡਾ ਤਾਂ ਬਿਰਧ ਹੈ ਜਿਹੜਾ ਕਿ ਮਾਫ ਕਰ ਦੇਣਾ, ਆਪਣੇ ਬਿਰਧ ਬਾਣੀ ਨੂੰ ਜਾਣ ਕੇ ਮੈਨੂੰ ਮਾਫ ਕਰ ਦਿਓ, ਮੈਂ ਭੁੱਲ ਗਿਆ ਸੀ। ਹਮਨੇ ਆਪਣਾ ਸਗਲ ਬਿਗਾੜਾ, ਤੇ ਉਹ ਵਿਰੋਧ ਨਿਤਾ ਤਤ ਭਾਰਾ। ਮਹਾਰਾਜ ਤੁਹਾਡੇ ਨਾਲ ਵਿਰੋਧ ਕਰਕੇ ਅਸੀਂ ਆਪਣਾ ਬਹੁਤ ਸਾਰਾ ਨੁਕਸਾਨ ਕਰਵਾ ਲਿਆ ਹੈ ਜੀ। ਅਬ ਮੈਂ ਸ਼ਰਨ ਪਰਿਓ ਬਲਹਾਰੀ, ਗੌਰਵ ਮੈਂ ਮਾਂ ਜਾਨ ਤਿਹਾਰੀ। ਔਰ ਗੌਰਵ ਹੁੰਦੀ ਹੈ ਭਾਰੀ, ਮੈਂ ਤੁਹਾਡੀ ਭਾਰੀ ਮਹਿਮਾ ਨੂੰ ਹੁਣ ਜਾਣ ਗਿਆ ਹਾਂ ਔਰ ਮੈਂ ਮਾਫੀ ਚਾਹੁੰਦਾ ਹਾਂ ਜੋ ਮੈਥੋਂ ਗਲਤੀਆਂ ਹੋਈਆਂ। ਮੈਂ ਤੁਹਾਡੇ ਤੋਂ ਬਲਿਹਾਰੇ ਜਾਂਦਾ, ਤੁਹਾਡੀ ਸ਼ਰਨ ਪੈਂਦਾ ਹਾਂ। ਗਨਰਾਜ ਉਪਦੇਸ਼ ਤਮੋਹੀ, ਜਿਸ ਦੀ ਰਾਵਣ ਸੋਰਨ ਮੋਹੀ। ਇਹ ਤਾਂ ਅਸਲ ਵਿੱਚ ਨਾ ਮਹਾਰਾਜ ਮੈਂ ਦੂਜੇ ਰਾਜੇ ਭੜਕਾਉਂਦੇ ਰਹੇ, ਜਦੋਂ ਕਿ ਇਹ ਦੂਜਿਆਂ ਨੂੰ ਭੜਕਾਉਂਦਾ ਰਿਹਾ। ਇਹਦਾ ਖਿਆਲ ਸੀਗਾ ਕਿ ਸ਼ਾਇਦ ਮੈਂ ਗੁਰੂ ਸਾਹਿਬ ਦੇ ਵੀ ਉੱਤੋਂ ਦੀ ਹੋ ਜਾਵਾਂਗਾ, ਪਰ ਅੱਜ ਕਹਿੰਦਾ ਹੈ ਕਿ ਮਹਾਰਾਜ ਮੈਂ ਦੂਜੇ ਰਾਜਿਆਂ ਦੇ ਭੜਕਾਉਣ ਕਰਕੇ ਹੀ ਤੁਹਾਡੇ ਨਾਲ ਲੜਦਾ ਰਿਹਾ ਜੀ। ਕਹੇ ਅਪਰ ਕੀ ਬਿਗੜਤ ਰਹਿਓ, ਅਬ ਮੈਂ ਸ਼ਰਨ ਮਹਾਤਮ ਲਹਿਓ। ਔਰ ਮਹਾਰਾਜ ਜੀ ਹੁਣ ਮੈਨੂੰ ਪਤਾ ਲੱਗਿਆ ਕਿ ਤੁਹਾਡੀ ਸ਼ਰਨ ਵਿੱਚ ਹੀ ਮੇਰਾ ਫਾਇਦਾ ਹੈ, ਤੁਹਾਡੀ ਸ਼ਰਨ ਦਾ ਮਹਾਤਮ ਸਮਝੇ। ਪ੍ਰੀਤਮ ਦਾ ਪਹਿਲਾਂ ਕਹਿੰਦੇ ਆ ਸ਼ਰਨ ਪਰੇ ਸੋ ਤਰੇ, ਕਾਰ ਸਤਿਗੁਰੂ ਨਾਨਕ ਦੇਵ ਰਸ ਕਰੇ, ਅੜੇ ਸੋ ਚੜੇ ਸ਼ਰਨ ਪਰੇ ਸੋ ਤਰੇ। ਪਰ ਹੁਣ ਕਹਿੰਦਾ ਕਿ ਮੈਨੂੰ ਤੁਹਾਡੀ ਸ਼ਰਨ ਦਾ ਫਾਇਦਾ ਹੋਵੇਗਾ। ਇਤਿਆਦਕ ਦਿਖ ਬਿਨੇ ਬਡੇਰੀ, ਗੁਰ ਡਿਗ ਪਠੀ ਛਿਮੋ ਮਤ ਮੇਰੀ। ਇਸ ਤਰ੍ਹਾਂ ਇਸ ਨੇ ਇੱਕ ਚਿੱਠੀ ਲਿਖੀ ਹੈ, ਚਿੱਠੀ ਦੇ ਵਿੱਚ ਇਸ ਨੇ ਮਾਫੀ ਮੰਗੀ ਹੈ। ਤਬ ਸਤਿਗੁਰ ਕਾਗਦ ਪਠਵਾਇਓ, ਦਇਆ ਸਿੰਘ ਸੁਨ ਬਾਪ ਹਲਾਇਓ। ਔਰ ਉਹ ਚਿੱਠੀ ਜਦ ਦਰਬਾਰ ਵਿੱਚ ਪਹੁੰਚੀ ਹੈ ਤਾਂ ਚਿੱਠੀ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੇ ਕੀ ਦੱਸਿਆ ਹੈ। ਅਬ ਤੋ ਪਿਓ ਨਿਰਮਲ ਤਜ ਗਰਬਾ, ਕੋਈ ਦਰ ਪਰ ਜਸ ਜਗ ਸਰਬਾ। ਔਰ ਉਹ ਚਿੱਠੀ ਪੜ੍ਹ ਕੇ ਜਿਹੜੀ ਹੈ ਸਾਰੀਆਂ ਸੰਗਤਾਂ ਨੂੰ ਗੁਰੂ ਸਾਹਿਬ ਨੂੰ ਸੁਣਾਉਣੀ ਕੀਤੀ, ਔਰ ਨਾਲ ਹੀ ਚਿੱਠੀ ਦੀ ਵਰਡਿੰਗ ਤੋਂ ਇਹ ਪਤਾ ਲੱਗਦਾ ਹੈ ਕਿ ਭੀਮ ਚੰਦ ਜਿਹੜਾ ਹੈ ਹੁਣ ਢਿੱਲਾ ਪੈ ਗਿਆ, ਇਸ ਦਾ ਹੰਕਾਰ ਖਤਮ ਹੋ ਗਿਆ ਜੀ। ਸ਼ਰਨ ਪਰਿਓ ਚਾਹਤ ਹੋਏ ਹਿਤ ਮੈਂ, ਰੱਖਿਓ ਮਹਾਤਮ ਮੈਂ ਕਿਸ ਚਿਤ ਮੈਂ। ਔਰ ਮਹਾਰਾਜ ਉਹ ਕਹਿੰਦਾ ਹੈ ਕਿ ਮੇਰਾ ਬੜਾ ਨੁਕਸਾਨ ਹੋ ਗਿਆ, ਬੜਾ ਖਰਚਾ ਵੀ ਹੋ ਗਿਆ, ਬੜੀਆਂ ਫੌਜਾਂ ਵੀ ਮਾਰੀਆਂ ਗਈਆਂ, ਸ਼ਸਤਰ ਘੋੜੇ ਆਦਿ ਨੁਕਸਾਨ ਬਹੁਤ ਹੋ ਗਿਆ,
ਔਰ ਮੈਂ ਹੁਣ ਤੁਹਾਡੇ ਮਾਤਮ ਨੂੰ ਜਾਣਿਆ ਮਹਾਰਾਜ, ਹੁਣ ਉਹਨੂੰ ਲੱਗਦਾ ਥੋੜੀ ਅਕਲ ਆਈ ਹੈ। ਜਿਤ ਸੰਨ ਜੇ ਜਾਣਤਾਹੀ ਲਿਓ ਮਿਲਾਏ ਸ਼੍ਰੀ ਪ੍ਰਭ ਪਗ ਪਾਹੀ। ਔਰ ਮਹਾਰਾਜ ਜੇ ਤੁਸੀਂ ਠੀਕ ਜਾਣੋ, ਸੰਧੀ ਕਰਨਾ ਮੇਲ ਮਿਲਾਪ ਕਰਨਾ, ਜੇ ਤੁਸੀਂ ਠੀਕ ਜਾਣੋ ਤਾਂ ਮੈਨੂੰ ਮਿਲਾ ਲਓ, ਆਪਣੇ ਚਰਨੀ ਲਾ ਲਓ ਜੀ। ਭੀਮ ਚੰਦ ਜੇ ਮਾਨੀ ਆਨ ਅਬਰ ਜੇ ਕਿਰਪਤ ਕੀਤ ਕਮਾਲ। ਹੁਣ ਆਪਣੇ ਨਾਲ ਗੱਲ ਕਰਦੇ ਨੇ ਭਾਈ ਸਾਹਿਬ ਜੀ, ਕਹਿੰਦੇ ਸਿੱਖੋ ਸੋਚ ਲਓ, ਜੇ ਇਹਨਾਂ ਦਾ ਰਾਜਾ ਭੀਮ ਚੰਦ ਅੱਜ ਪੈਰੀ ਪੈਂਦਾ ਹੈ ਤੇ ਬਾਕੀ ਰਾਜੇ ਕਿੱਦਾਂ ਦੇ ਹੋਣਗੇ? ਉਹ ਤਾਂ ਇਸ ਤੋਂ ਥੱਲੇ ਹੀ ਸੀਗੇ ਨਾ। ਭਾਵ ਸਾਰੇ ਹੀ ਪਹਾੜੀ ਰਾਜੇ ਹੁਣ ਪਛਤਾਉਂਦੇ ਹਨ। ਬੇਮੁਖ ਹੋਏ ਵਾਲ ਬਖਾਈ ਸ਼ਰਨ ਭਰੇ ਗੁਰ ਮੈਂ ਪੁਛਤਾਈ। ਔਰ ਨਾਲ ਤਾਂ ਗੁਰੂ ਤੋਂ ਬੇਮੁਖ ਹੋਏ। ਪਹਿਲਾਂ ਜਿਹੜੀਆਂ ਸੀਗੀਆਂ ਇਹਨਾਂ ਨੇ ਕਸਮਾਂ ਖਾਧੀਆਂ, ਗੁਰੂ ਸਾਹਿਬ ਨੇ ਕਿਲੇ ਚੋਂ ਬਾਹਰ ਨਿਕਲ ਕੇ ਵੀ ਦਿਖਾਤਾ। ਕਈ ਵਾਰੀ ਦੁਸ਼ਮਣ ਕਹਿੰਦਾ ਆ ਜਾ ਮੈਦਾਨ ਚ ਆ ਜਾ, ਤੇ ਬਾਦਸ਼ਾਹ ਕਹਿੰਦੇ ਆ ਜਾਓ ਮੈਦਾਨ ਚ ਹੀ ਦੇਖ ਲੈਨੇ ਆ। ਕੋਈ ਸਤਨਾਮ ਇਹਨਾਂ ਦੀ ਸੀ ਤਾਂ ਚਲਾਕੀ ਬਈ ਸ਼ਾਇਦ ਅਸੀਂ ਕਿਲੇ ਕਰਕੇ ਗੁਰੂ ਸਾਹਿਬ ਨੂੰ ਹਰਾ ਨਹੀਂ ਸਕਦੇ। ਜੇ ਗੁਰੂ ਕਿਲੇ ਤੋਂ ਬਾਹਰ ਆ ਜਾਵੇ ਤੇ ਸਤਿਗੁਰ ਦਾ ਇੱਕ ਸੁਭਾਅ ਹੈ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵ। ਇੱਥੇ ਕੋਈ ਦਾਤਾਂ ਦੀ ਗੱਲ ਨਹੀਂ, ਇੱਥੇ ਜੋ ਵੀ ਮੰਗੋਗੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਾਸੈ ਧਾਮ ਤੇਨਾ। ਜੇ ਕੋਈ ਇੱਥੇ ਚੜ੍ਹ ਕੇ ਆਇਆ ਤੇ ਉਹਨੂੰ ਚੜ੍ਹਾਈ ਕਰਕੇ ਮਿਲੇ ਹੈ, ਜੇ ਕੋਈ ਆ ਕੇ ਸ਼ਰਨ ਪਿਆ ਤੇ ਉਸ ਤੇ ਕਿਰਪਾ ਕੀਤੀ ਹੈ। ਇਸ ਕਰਕੇ ਬਾਦਸ਼ਾਹ ਜੀ ਨੂੰ ਕਹਿ ਰਿਹਾ ਹੈ ਕਿ ਮਹਾਰਾਜ ਮੈਨੂੰ ਚਾਹੋ ਤਾਂ ਬੁਲਾ ਲਓ ਜੀ। ਜੋ ਆਪ ਚੁਤ ਹੈ ਬਾਤੀ ਜੇ ਅਧੀਨ ਬੜੋ ਅਰਾਤੀ। ਉਹ ਜੇ ਵੱਡਾ ਵੈਰੀ ਇਸ ਤਰ੍ਹਾਂ ਅਧੀਨ ਹੋ ਰਿਹਾ ਮੇਰੇ ਪ੍ਰੀਤਮ ਦੇ, ਸ਼ਰਨ ਪੈਣ ਨੂੰ ਤਿਆਰ ਹੈ ਤਾਂ ਬੇਮੁਖ ਹੋਏ ਵਾਰ ਬਖਾਈ ਸ਼ਰਨ ਭਰੇ ਗੁਰ ਮੈਂ ਪੁਛਤਾਈ। ਕਹਿੰਦਾ ਮਹਾਰਾਜ ਤੁਹਾਡੇ ਤੋਂ ਬੇਮੁਖ ਹੋ ਕੇ ਅਸੀਂ ਬਹੁਤ ਘਾਟਾ ਪਾਇਆ ਹੈ ਤੇ ਨਾਲੇ ਮਾਰ ਖਾਧੀ ਹੈ, ਹੁਣ ਪਛਤਾਉਂਦਾ ਹੈ। ਜੋ ਆਪ ਚੁਤ ਹੈ ਬਾਤੀ ਜੇ ਅਧੀਨ ਬੜੋ ਅਰਾਤੀ। ਐਸਾ ਭਾਈ ਦਇਆ ਸਿੰਘ ਦੀ ਚਿੱਠੀ ਪੜ੍ਹ ਕੇ ਸੁਣਾਉਂਦੇ ਆ ਤੇ ਸੁਣਾਉਂਦੇ ਹੋਏ ਕਹਿਣ ਲੱਗੇ ਆਪਣੇ ਵੱਲੋਂ ਵੀ ਮਹਾਰਾਜ ਜੇ ਤੁਹਾਨੂੰ ਠੀਕ ਲੱਗਦਾ, ਗੁਰਮਤਿ ਅਨੁਸਾਰ ਜੀ ਮੈਂ ਅਰਦਾਸ ਕਰ ਦਿੰਦੇ ਆ, ਗੁਰਮਤਿ ਅਨੁਸਾਰ ਜੇ ਆਪ ਜੀ ਨੂੰ ਠੀਕ ਲੱਗਦਾ ਤਾਂ ਮਿਲਾ ਲਓ ਮਹਾਰਾਜ, ਜੇ ਵੱਡਾ ਦੁਸ਼ਮਣ ਢਹਿਲਾ ਹੋਇਆ। ਸੁਣ ਕਲ ਕੀਰਤਨ ਬਾਗਮ ਖਾਨਾ ਪ੍ਰਥਮ ਤੋਂ ਕਰਮ ਤੇ ਨੋਹੀ ਖਾਨਾ। ਆਓ ਭਾਈ ਦਇਆ ਸਿੰਘ ਆਪਾਂ ਤਾਂ ਲੜਾਈ ਕੀਤੀ ਨੇ ਇਹਨਾਂ ਨਾਲ, ਸ਼ੁਰੂਆਤ ਤਾਂ ਲੜਾਈ ਦੀ ਇਹਨਾਂ ਨੇ ਹੀ ਕੀਤੀ ਹੈ। ਅਬ ਜੇ ਮਿਲੇ ਨਹੀਂ ਅਪਮਾਨੈ ਤਜੇ ਵਿਰੁੱਧ ਗੁਰਨ ਕੋ ਮਾਨੈ। ਜੇ ਉਹ ਵੱਡੇ ਗੁਰੂਆਂ ਨੂੰ ਮੰਨੇ, ਭਾ ਮੈਂ ਨਹੀਂ ਕਹਿੰਦਾ ਕਿ ਮੈਨੂੰ ਮੰਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਹਿੰਦੇ ਜੀ ਗੁਰੂ ਨਾਨਕ ਨੂੰ ਮੰਨ ਕੇ ਪਹਿਲੇ 9 ਗੁਰੂਆਂ ਦੀ ਆਨ ਸ਼ਾਨ ਵਿੱਚ ਕੁਝ ਸਮਝਦਾ ਹੈ ਤੇ ਉਹਨਾਂ ਦੀ ਸ਼ਾਨ ਵਿੱਚ ਆ ਜਾਂਦਾ ਹੈ ਤੇ ਫਿਰ ਆਪਾਂ ਉਹਦੀ ਅਪਮਾਨ ਬੇਅਦਬੀ ਨਹੀਂ ਕਰਾਂਗੇ, ਆਪਾਂ ਨੂੰ ਮਿਲਾ ਲਵਾਂਗੇ। ਆਪ ਹੋਏ ਤਥਾ ਜਤਾ ਸੋ ਹੋਏ ਮਿਲੇ ਮਿਲਾਵੇ ਅੰਤਰ ਖੋਏ। ਜਿਵੇਂ ਕਹੇਗਾ ਭੀਮ ਚੰਦ ਆਪਾਂ ਉਹੇ ਜੇ ਬਣ ਜਾਵਾਂਗੇ, ਜੇ ਮਿਲਣਾ ਚਾਹੁੰਦਾ ਤੇ ਮਿਲਾ ਲਵੇ, ਦਿਲ ਦੇ ਵਿੱਚੋਂ ਫਰਕ ਕੱਢ ਕੇ। ਇਸ ਬਸ ਹੈ ਕਿ ਦਰ ਵਿਚਾਹਾ ਤਿਨੀ ਮਿਲੇ ਮੇਲ ਰਨ ਬਾਹਾ। ਔਰ ਜੇ ਰਿਸਵਸ ਹੋਇਆ ਕਿ ਲੜਵੇ ਚਾਹਾ ਤੇ ਜੇ ਭਾਈ ਫੇਰ ਵੀ ਲੜਾਈ ਕਰਨੀ ਚਾਹੂਗਾ ਫਿਰ ਅਸੀਂ ਉਵੇਂ ਮਿਲ ਲਵਾਂਗੇ। ਦੇਵ ਹੁਕਮ ਨਾ ਮਾਲਿਕ ਬਾਈ ਬਿਰਦਲ ਬਾਕਰ ਹਿਤ ਕੇ ਜਿਸ ਭਾਈ। ਚੱਲ ਜਿਵੇਂ ਅੱਜ ਇਹਨੇ ਨਿਮਰਤਾ ਵਿੱਚ ਚਿੱਠੀ ਲਿਖੀ ਹੈ ਨਾ ਭੀਮ ਚੰਦ ਨੇ, ਦਇਆ ਸਿੰਘ ਉਦਾਂ ਹੀ ਨਿਮਰਤਾ ਭਰੀ ਚਿੱਠੀ ਲਿਖ ਦਿਓ। ਆ ਜਾ ਭਾਈ, ਜੀ ਆਇਆਂ ਨੂੰ। ਗੁਰੂ ਨਾਨਕ ਦੇ ਘਰ ਦੇ 4 ਗੇਟ 5ਵੇਂ ਪਾਤਸ਼ਾਹ ਨੇ ਤਾਈਓ ਰੱਖੇ ਸ੍ਰੀ ਹਰਿਮੰਦਰ ਸਾਹਿਬ ਦੇ ਕਿ ਜੋ ਸ਼ਰਨ ਆਵੇ ਤਿਸ ਕੰਠ ਲਗਾਵੇ, ਕਿਸੇ ਪਾਸਿਓਂ ਵੀ ਆ ਜਾਵੇ ਚੱਲ ਕੇ। ਜੋ ਸ਼ਰਨ ਆਵੇ ਤਿਸ ਕੰਠ ਲਗਾਵੇ, ਇਹ ਬਿਰਧ ਸੁਆਮੀ ਸੰਧਾ, ਇਹ ਮੇਰੇ ਮਾਲਕ ਦਾ ਸੁਭਾਅ ਹੀ ਐਸਾ ਹੈ। ਕਹਿੰਦੇ ਲਿਖ ਦਿਓ ਚਿੱਠੀ ਉਸ ਨੂੰ। ਦੂਤ ਕਿਉ ਲੈ ਕਰ ਡਿਗ ਜਾਵੇ ਖੋਜ ਪਠਾਏ ਜਾਣਿਤ ਸਭੈ। ਔਰ ਭਾਈ ਸਾਹਿਬ ਭਾਈ ਦਇਆ ਸਿੰਘ ਨੇ ਜਵਾਬ ਲਿਖ ਦਿੱਤਾ ਚਿੱਠੀ ਦੇ ਉੱਤੇ ਔਰ ਉਸੇ ਹੀ ਦੂਤ ਨੂੰ ਫੜਾ ਦਿੱਤੀ ਹੈ, ਲੈ ਵੀ ਲਿਜਾ ਕੇ ਦੇ ਦੇ ਉਸ ਨੂੰ। ਹਰਕਤ ਹੈ ਕਰ ਕੋ ਮਿਟਾਇਓ ਪਰ ਪੰਮਾ ਪ੍ਰਧਾਨ ਪਠਾਇਓ। ਔਰ ਇਸ ਨੇ ਜਾ ਕੇ ਚਿੱਠੀ ਪੜ੍ਹੀ ਹੈ ਔਰ ਉਸ ਇਸ ਦੇ ਨੌਕਰ ਨੇ ਵੀ ਦੱਸਿਆ ਕਿ ਗੁਰੂ ਸਾਹਿਬ ਨੇ ਤਾਂ ਗੁੱਸਾ ਕੀਤਾ ਹੀ ਨਹੀਂ, ਤੁਹਾਡੀ ਚਿੱਠੀ ਪੜ੍ਹ ਕੇ ਬੜੇ ਖੁਸ਼ ਹੋਏ। ਕਹਿੰਦੇ ਚੰਗਾ ਭਾਈ, ਮਿਲਣਾ ਤਾਂ ਮਿਲ ਲਵੇ। ਫਿਰ ਉਸਨੇ ਆਪਣੇ ਦੂਸਰੇ ਵਕੀਲ ਪੰਮੇ ਪੰਡਤ ਨੂੰ, ਪੰਮੇ ਬ੍ਰਾਹਮਣ ਨੂੰ ਭੇਜਣਾ ਕੀਤਾ ਹੈ, ਜਿਹਨੇ ਪਹਿਲਾਂ ਸਹੁੰ ਪਵਾਈ ਸੀ ਵਿੱਚ ਵੜ ਕੇ ਵੀ ਅਸੀਂ ਗਊ ਦੀ ਸਹੁੰ ਖਾਂਦੇ ਆ, ਤੁਸੀਂ ਕਿਲਾ ਛੱਡ ਕੇ ਚਲੇ ਜਾਓ, ਅਸੀਂ ਰਾਜਿਆਂ ਨੂੰ ਦੱਸਣ ਜੋਗੇ ਹੋ ਜਾਵਾਂਗੇ ਤੇ ਜਿੱਥੇ ਮਰਜੀ ਜਾਓ ਕੁਛ ਨਹੀਂ ਕਹਿੰਦੇ।
ਤੇ ਅੱਜ ਉਸ ਪੰਮੇ ਪ੍ਰੋਤ ਨੂੰ ਦੁਬਾਰਾ ਫੇਰ ਵਕੀਲ ਬਣਾਉਂਦਾ, ਵਿੱਚ ਪਾਉਂਦਾ ਹੈ ਜੀ। मेरे करियो बातन के साथ देव सुत मन अपन गिरनाथ। और फिर इन्हों ने बैठ के गल्लां बातां कीतियां और हुण भीम चंद ने अपना दिल साफ कर लिया है, क्योंकि पातशाह का एक वचन है कि पुत्ती गंढ पवे संसार। संसार दे नाल तां संबंध बनदा जे धी पुत्र हो जाण, पुत्ती तो भाव धी पुत्र दोनों की गल है, तो संसार नाल साडा अगे तो संबंध चल पैंदा, पीढ़ी चल पैंदी है। इस तरह ही एक इह वचन आउंदा है, मूर्ख गंढ पवै मोह मार। मूर्ख नाल उदों दोस्ती बनदी है जदों चार पैंदियां। कोई सतनाम भीमचंद दोस्ती करन नूं तैयार नहीं सीगा, पर जदों दे पईयां चंगी तरह नुकसान करवा लिया, फौजां मरवा लिया, घोड़े मरवा लए, नुकसान होया ते हुण माफी चाहुंदा है। आवाजाई सचन केरी कर करे होते भेट गड़ेरी। हुण इसने आप मिलन तो पहला वजीरां दा आउणा जाना शुरू कीता। सचेवण कहंदे आ वजीर, वजीरां नूं भेजदा है, वजीरां दे राहीं चंगीਆਂ चंगीਆਂ भेटावां भी गुरु नूं खुश करन लई भेजण लग्या जी। अपर हंडूरिया में सारे मंत्री पटे परे जलकारे। और जदों इस नूं कोई काम पैंदा है ते फिर अपने हंडूरिया राजा जिहड़ा ਜਾਂ ਹੋਰ ਜਿਹੜੇ ਮੰਤਰੀ ਆ ਲੋੜ ਪੈਣ ਤੇ ਉਹਨਾਂ ਨੂੰ ਭੇਜਦਾ ਰਹਿੰਦਾ ਹੈ। ਇਸ ਗਿਰਪਤ ਕੇ ਭਾਵ ਵਿਸਾਲਾ ਕੇ ਚਿਤ ਕਰੇ ਅਲਪਹਿਤ ਵਾਲਾ। ਔਰ ਕਿਸੇ ਪਹਾੜੀ ਰਾਜਿਆਂ ਦੀ ਪ੍ਰੇਮ ਭਾਵਨਾ ਵੱਡੀ ਸੀ ਗੁਰੂ ਸਾਹਿਬ ਨਾਲ। ਕੋਈ ਸ਼ਾਇਦ ਸਮਾਂ ਵਿਚਾਰ ਕੇ ਹੀ ਮਿਲਣਾ ਚਾਹੁੰਦੇ ਸਨ। ਇਸ ਵਿਦ ਰਸ ਹੋ ਗਿਰ ਸਾਜਨਾ ਕਰੇ ਸੁਧਾਰ ਆਪਣੇ ਕਾਜਨ। ਚਲੋ ਖੈਰ ਹੌਲੀ ਹੌਲੀ ਗੁਰੂ ਸਾਹਿਬ ਦਾ ਸੁਭਾਅ ਹੀ ਐਸਾ ਰੱਖਦੇ ਹੈ। ਇਹ ਤਾਂ ਇੱਕ ਸ਼ੀਸ਼ੇ ਦੀ ਨਿਆਈ ਹਨ, ਜਿਹੋ ਜਿਹਾ ਕੋਈ ਸੁਭਾਅ ਲੈ ਕੇ ਆਉਂਦਾ ਅੱਗੋਂ ਦੇ ਸੁਭਾਅ ਨੂੰ ਉਹੋ ਜਿਹਾ ਵਿਖਾ ਦਿੰਦੇ ਨੇ। ਔਰ ਇਸ ਕਰਕੇ ਇਹਨਾਂ ਰਾਜਿਆਂ ਨੇ ਹੌਲੀ ਹੌਲੀ ਗੁਰੂ ਸਾਹਿਬ ਦੇ ਨਾਲ ਪ੍ਰੇਮ ਵਧਾਉਣਾ ਕੀਤਾ ਹੈ ਔਰ ਇਸ ਪ੍ਰੇਮ ਦੇ ਨਾਲ ਆਪਣੇ ਕਈ ਕੰਮ ਵੀ ਸਵਾਰੇ ਹਨ। ਕਬ ਸਤਿ ਚੜਿਆ ਤੇਰਾ ਬਿਜਲੀ ਕਾਟਾ ਇਹ ਤੋ ਤਹੀਰ। ਔਰ ਕਰੇ ਕਰੇ ਪ੍ਰੀਤਮ ਆਪਣੀ ਮੌਜ ਦੇ ਵਿੱਚ ਸ਼ਿਕਾਰ ਖੇਡਣ ਜਾਂਦੇ ਹਨ। ਪਹਾੜੀ ਇਲਾਕੇ ਵਿੱਚ ਇਧਰ ਉਧਰ ਵਿਚਰਨਾ ਕਰਦੇ ਹਨ। ਸੰਗ ਖਾਲਸਾ ਹੈ ਸਮੁਦਾਏ ਤੀਰ ਗੋਲੀਆਂ ਪਹਿਰ ਚਲਾਏ। ਔਰ ਗੁਰੂ ਕੀਆਂ ਫੌਜਾਂ ਖਾਲਸਾ ਪੰਥ ਜਿਹੜਾ ਹੈ ਉਹ ਵੀ ਨਾਲ ਜਾਂਦਾ ਹੈ ਔਰ ਆਪਣੇ ਮੋਢਿਆਂ ਤੇ ਸ਼ਸਤਰਾਂ ਨੂੰ ਧਾਰਨ ਕਰਕੇ ਬੰਦੂਕ ਕਮਾਨ ਤੀਰ ਆਦਿ ਲੈ ਕਰ ਬਾਹਰ ਚਲਾਉਣਾ ਕਰਦੇ ਹਨ। ਨਿਤ ਸ਼ਸਤਰਨ ਕੋ ਹੈ ਅਭਿਆਸਾ ਪਰਚੇ ਰਹੇ ਪ੍ਰਭੂ ਕੇ ਪਾਸਾ। ਇਸ ਤਰ੍ਹਾਂ ਇਸ ਖਾਲਸਾ ਜਿਹੜਾ ਹੈ ਕਦੇ ਅਭਿਆਸ ਨਹੀਂ ਛੱਡਦਾ ਸ਼ਸਤਰਾਂ ਦਾ, ਤੇ ਛੱਡਣਾ ਵੀ ਨਹੀਂ ਚਾਹੀਦਾ। ਸਿੱਖ ਨੂੰ ਹਮੇਸ਼ਾ ਸ਼ਸਤਰ ਚਲਾਉਂਦੇ ਰਹਿਣਾ ਚਾਹੀਦਾ। ਜਿਵੇਂ ਸਾਡੀਆਂ ਫੌਜਾਂ ਸਰਕਾਰੀ ਫੌਜਾਂ ਉਹ ਸਮੇਂ ਸਮੇਂ ਤੇ ਆਪਣਾ ਅਭਿਆਸ ਕਰਦੀਆਂ ਰਹਿੰਦੀਆਂ ਹਨ, ਤਾਂ ਕਿ ਐਸਾ ਨਾ ਹੋਵੇ ਲੋੜ ਪੈਣ ਤੇ ਸ਼ਸਤਰ ਚੱਲਣਾ ਜਰ ਲੱਗ ਜਾਵੇ, ਉਹਨਾਂ ਨੂੰ ਚਲਾ ਕੇ ਵੇਖਦੀਆਂ ਰਹਿੰਦੀਆਂ। ਇਵੇਂ ਹੀ ਖਾਲਸਾ ਜਿਹੜਾ ਹੈ ਸ਼ਿਕਾਰ ਦੇ ਬਹਾਨੇ ਆਪਣੇ ਸ਼ਸਤਰਾਂ ਨੂੰ ਤਲਵਾਰਾਂ ਬੰਦੂਕਾਂ ਤੀਰਾਂ ਆਦਿ ਨੂੰ ਚਲਾਉਂਦਾ ਰਹਿੰਦਾ ਹੈ ਜੀ। ਰਾਣੀ ਰਾਏ ਮਿਲੇ ਸਮੁਦਾਏ ਜਿਸ ਸੈਨ ਕੇ ਵਿਖੇ ਵਸਾਏ। ਉਹ ਜਿਹੜੇ ਪਹਾੜੀ ਰਾਜੇ ਹਨ ਉਹ ਵੀ ਸਤਿਗੁਰਾਂ ਨੂੰ ਸ਼ਿਕਾਰ ਖੇਡਣ ਗਿਆਨ ਨੂੰ ਰਾਹ ਖੇੜੇ ਮਿਲਣਾ ਕਰਦੇ ਹਨ। ਸਭੇ ਨਿਆਨ ਪ੍ਰਭੂ ਕੀ ਮਾਨੀ ਮਾਨੇ ਜੇ ਧਾਮ ਤੇ ਰਜਤਾਨੀ। ਹੁਣ ਇਹਨਾਂ ਨੂੰ ਅਕਲ ਆ ਗਈ ਹੈ, ਮੱਤ ਆ ਗਈ ਹੈ ਵੀ ਜੇ ਅਸੀਂ ਗੁਰੂ ਦੇ ਐਂਟੀ ਚੱਲਾਂਗੇ ਤੇ ਗੁਰੂ ਸਾਨੂੰ ਖਤਮ ਕਰ ਸਕਦੇ ਆ, ਇੰਨੀ ਤਾਕਤ ਰੱਖਦੇ ਆ। ਸਾਡੀ ਰਾਜਧਾਨੀ ਖਤਮ ਹੋ ਜਾਵੇਗੀ ਤਾਂ ਸਾਰੇ ਰਾਜੇ ਪਹਾੜੀ ਰਾਜੇ ਵਾਈ ਧਾਰ ਦੇ ਰਾਜੇ ਹੁਣ ਗੁਰੂ ਸਾਹਿਬ ਦੇ ਸ਼ਰਨੀ ਪੈਣ ਲੱਗੇ ਜੀ। ਅਨਕ ਪੂਰਨ ਕੋਰ ਬੰਤੇ ਬਸਤ ਅਚੈ ਰਹਿ ਪਠੰਤੇ। ਔਰ ਆਪਣੇ ਆਪਣੇ ਇਲਾਕਿਆਂ ਦੀਆਂ ਚੰਗੀਆਂ ਚੰਗੀਆਂ ਵਸਤੂਆਂ ਜਿਹੜੀਆਂ ਜਿੱਥੇ ਪੈਦਾ ਹੁੰਦੀਆਂ ਉੱਥੇ ਸਸਤੀਆਂ ਹੁੰਦੀਆਂ, ਵਧੀਆ ਵੀ ਹੁੰਦੀਆਂ। ਜਿਵੇਂ ਕਸ਼ਮੀਰ ਦੇ ਵਿੱਚ ਸੇਬ ਪੈਦਾ ਹੁੰਦੇ ਆ, ਇਸੇ ਤਰ੍ਹਾਂ ਹੀ ਆਪੋ ਆਪਣੇ ਇਲਾਕਿਆਂ ਦੀਆਂ ਵਧੀਆ ਵਸਤੂਆਂ ਇਕੱਠੀਆਂ ਕਰਦੇ ਆ ਤੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਭੇਟ ਕਰਦੇ ਹਨ। ਆਚੇ ਫਲਕਨ ਤੋਰ ਬਟੋਰ ਦਾਦੀ ਪਤੇ ਗੁਰੂ ਕੀ ਔਰ। ਦਾਦੀ ਕਹਿੰਦੀ ਹੈ ਟੋਕਰੀ ਨੂੰ, ਕਹਿੰਦੇ ਚੰਗੇ ਚੰਗੇ ਆਪਣੇ ਇਲਾਕਿਆਂ ਵਿੱਚ ਪੈਦਾ ਹੋਏ ਫਲ ਫਰੂਟ ਰਸਦਾਇਕ ਇਕੱਤਰ ਕਰਾਉਂਦੇ ਆ ਤੇ ਟੋਕਰੀਆਂ ਭਰ ਕੇ ਗੁਰੂ ਸਾਹਿਬ ਕੋਲ ਭੇਜਣਾ ਕਰਦੇ ਜੀ। ਕੋ ਸੁਖਮ ਚਾਵਲ ਪਹੁੰਚਾਵੇ ਕੋ ਮੋਲੇ ਬਸਤਰ ਪਠਾਵੇ। ਕੋਈ ਸੂਖਮ ਬਰੀਕ ਲੰਬੇ ਚੌਲ ਭੇਜਦਾ ਹੈ ਆਪਣੇ ਇਲਾਕੇ ਦੇ ਬਾਸਮਤੀ, ਤੇ ਕਿਸੇ ਦੇ ਇਲਾਕੇ ਵਿੱਚ ਜਿਹੜਾ ਜਿਵੇਂ ਕਸ਼ਮੀਰ ਦੇ ਵਿੱਚ ਗਰਮ ਕੱਪੜਾ ਬਹੁਤ ਵਧੀਆ ਬਣਦਾ ਹੈ, ਇਸ ਤਰ੍ਹਾਂ ਕੋਈ ਆਪਣੇ ਇਲਾਕੇ ਦੇ ਸੁੰਦਰ ਵਸਤਰ ਵੀ
ਕੀਮਤੀ ਭੇਜਣਾ ਕਰਦਾ ਹੈ। जिस लोक प्रभ करे आनंद ऐसी वस्तु पठाए मिलंद। ਕੋਸ਼ਿਸ਼ ਹੈ ਕਿ ਗੁਰੂ ਸਾਹਿਬ ਦੇ ਅੰਦਰੋਂ ਸਾਰਾ ਗੁੱਸਾ ਨਿਕਲ ਜਾਵੇ। ਸਤਿਗੁਰ ਦਾ ਗਲਾਸ ਦੀ ਨਿਆਈ ਡੋਲ ਦਿੰਦੇ ਆ, ਭੋਰਾ ਵੀ ਨਹੀਂ ਰੱਖਦੇ, ਪਰ ਇਹਨਾਂ ਦਾ ਖਿਆਲ ਹੈ ਵੀ ਗੁਰੂ ਸਾਹਿਬ ਨੂੰ ਇਸ ਤਰ੍ਹਾਂ ਦੀਆਂ ਭੇਟਾਵਾਂ ਦੇ ਕੇ ਖੁਸ਼ ਕੀਤਾ ਜਾਵੇ ਔਰ ਉਹਨਾਂ ਦਾ ਰੋਸ਼ ਖਤਮ ਕੀਤਾ ਜਾਵੇ ਜੀ। एक दिन गुरु दीवाना जारी नारद साध रूप निज धारी। ਇੱਕ ਸਾਖੀ ਚੱਲਦੀ ਹੈ ਇੱਥੇ ਛੋਟੀ ਜਿਹੀ। ਕਹਿੰਦੇ ਇੱਕ ਦਿਨ ਧੰਨ ਗੁਰੂ ਨਾਨਕ ਦੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੀ ਹਜ਼ੂਰੀ ਦੇ ਵਿੱਚ ਨਾਨਕ ਜੀ ਦੇ 10ਵੇਂ ਜਾਮੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਨਾਰਦ ਮੁਨੀ ਇੱਕ ਸਾਧੂ ਦੇ ਰੂਪ ਵਿੱਚ ਆਇਆ ਹੈ। ਸੁੰਦਰ ਪੰਖ ਬਿਹਕਮ ਮੇਰੇ ਧਰੀ ਪਾਇਨ ਅਨ ਅਗੇਰੇ। ਉਹਦੇ ਹੱਥ ਵਿੱਚ 2 ਖੰਭ ਸਨ ਤੇ ਇਹਨੇ ਉਹ ਖੰਭ ਲਿਆ ਕੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਰੱਖਣੇ ਕੀਤੇ ਜੀ। ਬੰਧਨ ਖਾਨ ਦਰਦ ਕਰ ਬੈਸਾ ਦੇਖ ਨ ਤ੍ਰਿਪਤੇ ਬਹੁਤ ਜੈਸਾ। ਔਰ ਨਮਸਕਾਰ ਕਰਕੇ ਸਾਹਮਣੇ ਬੈਠ ਗਿਆ ਤੇ ਸਾਹਮਣੇ ਉਹ ਸਤਿਗੁਰਾਂ ਦੇ ਨੇਤਰਾਂ ਦੇ ਉੱਪਰ ਨੇਤਰ ਲਾ ਕੇ ਦਰਸ਼ਨ ਕਰਨ ਲੱਗਿਆ ਔਰ ਮੁਸਕਰਾਉਂਦੇ ਹੋਏ ਸਰੂਪ ਦੇ ਦਰਸ਼ਨ ਕਰ ਰਿਹਾ ਹੈ ਤੇ ਰੱਜਦਾ ਨਹੀਂ। ਤਬ ਸਤਿਗੁਰ ਸਾਦਰ ਬੈਠਾਇਓ ਮੁਸਕਾਵਤ ਸ਼੍ਰੀ ਬਦਰ ਹਲਾਇਓ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਉਹਨਾਂ ਤੇ ਬੜੇ ਖੁਸ਼ ਹਨ। ਮੁਸਕਰਾਉਂਦੇ ਹੋਏ ਕਹਿੰਦੇ ਪੰਖ ਆਇਨ ਦੇਹਿਤ ਕਸਾਲਾ ਤਿਉ ਰਿਖੀ ਦੇਵ ਆਪ ਤੁਮ ਚਾਲਾ। ਔਰ ਫਿਰ ਪੁੱਛਣਾ ਕੀਤਾ ਰਿਸ਼ੀ ਜੀ ਆਪ ਜੀ ਇੰਨੀ ਤਕਲੀਫ ਕੀਤੀ, ਇਹ 2 ਖੰਭ ਸਾਨੂੰ ਭੇਟ ਕਰਨ ਲਈ ਕਿਉਂ ਆਏ ਜੀ? ਤੁਮਰੋ ਦਰਸ਼ਨ ਹੈ ਬਹੁ ਪਾਵਨਾ ਕਰੋ ਕਿਰਪਾ ਜਗ ਕਰੋ ਦਿਖਾਵਨਾ। ਮਹਾਰਾਜ ਤੁਹਾਡੀ ਤਾਂ ਕਿਰਪਾ ਜਿਹੜੀ ਹੈ, ਤੁਹਾਡੇ ਦਰਸ਼ਨ ਜਿਹੜੇ ਹਨ ਬੜੇ ਪਵਿੱਤਰ ਹਨ। ਰਿਸ਼ੀ ਦੀ ਮਹਿਮਾ ਕਰ ਰਹੇ ਆ ਸਤਿਗੁਰੂ। ਸਤਿਗੁਰੂ ਰਿਸ਼ੀਆਂ ਦੀ ਮਹਿਮਾ ਕੀਤੀ ਆ। 5ਵੇਂ ਪਾਤਸ਼ਾਹ ਜੀ ਨੇ ਜਦੋਂ ਗੁਰੂ ਪਿਆਰੋ ਸਰੋਵਰ ਦੀ ਪਟਾਈ ਆਰੰਭ ਕੀਤੀ ਤਾਂ ਉਹਦੇ ਵਿੱਚੋਂ ਸੰਤੋਖ ਰਿਖੀ ਲਿਖ ਲਿਆ, ਜਿਹੜਾ ਹਜ਼ਾਰਾਂ ਸਾਲਾਂ ਦੀ ਉਮਰ ਦਾ ਸੀਗਾ ਔਰ ਇੱਕ ਭੋਰੇ ਵਿੱਚ ਬੈਠਾ ਸੀਗਾ ਤੇ ਹਨੇਰੀਆਂ ਮੀਂਹ ਚੱਲਦੇ ਰਹੇ, ਰੇਤਾ ਵਗਦਾ ਰਿਹਾ, ਉੱਡਦਾ ਰਿਹਾ ਤੇ ਉਹ ਭੋਰਾ ਧਰਤੀ ਵਿੱਚ ਚਲਿਆ ਗਿਆ ਸੀਗਾ। ਤੇ ਜਦੋਂ ਧਰਤੀ ਜਿਹੜਾ ਗੁਰਦੁਆਰਾ ਸਾਹਿਬ ਟਾਹਲੀ ਆਣਾ ਹੈ ਜਿੱਥੇ ਉਹ ਸਰੋਵਰ ਬਣਿਆ ਸੰਤੋਖ ਸਰ, ਉੱਥੇ ਪਟਾਈ ਸ਼ੁਰੂ ਕੀਤੀ ਸੀ ਤੇ ਉਹ ਵਿੱਚੋਂ ਭੋਰਾ ਨਿਕਲਿਆ। ਉਹ ਰਿਸ਼ੀ ਨੂੰ ਬਾਹਰ ਕੱਢਿਆ ਗਿਆ, ਹੋਸ਼ ਵਿੱਚ ਲਿਆਂਦਾ ਤਲੀਆਂ ਦੀ ਮਾਲਿਸ਼ ਵਗੈਰਾ ਕਰਕੇ। ਤਾਂ ਉਹ ਜਦ ਹੋਸ਼ ਵਿੱਚ ਆਇਆ ਤੇ ਉਹਨੇ ਕੁਝ ਪ੍ਰਸ਼ਨ ਪੁੱਛਨੇ ਸਨ ਤੇ ਸੰਤੋਖ ਰਿਖੀ ਕਹਿਣ ਲੱਗਿਆ ਮਹਾਰਾਜ ਕਲਯੁਗ ਦਾ ਸਮਾਂ ਚੱਲ ਰਿਹਾ। ਕਹਿੰਦੇ ਹਾਂ। ਉਹ ਕਹਿਣ ਲੱਗਿਆ ਜੀ ਕਲਯੁਗ ਦੇ ਬਾਬੇ ਨਾਨਕ ਦੇ 5ਵੇਂ ਰੂਪ ਨੇ ਆਉਣਾ ਸੀ ਤੇ ਬਾਬਾ ਬੁੱਢਾ ਜੀ ਕਹਿੰਦੇ ਸਾਹਮਣੇ ਬੈਠੇ ਆ। ਨਮਸਕਾਰ ਕੀਤੀ। ਗੁਰੂ ਅਰਜਨ ਦੇਵ ਜੀ ਕਹਿੰਦੇ ਜੀ ਤੁਸੀਂ ਕਦੋਂ ਤੱਕ ਬੈਠੇ ਹੋ? ਕਹਿੰਦੇ ਪਤਾ ਨਹੀਂ, ਹਜ਼ਾਰਾਂ ਹੀ ਸਾਲ ਹੋ ਗਏ ਹੋਣਗੇ ਜੀ, ਮੈਨੂੰ ਤਾਂ ਟਾਈਮ ਵੀ ਨਹੀਂ ਪਤਾ ਕਿੰਨਾ ਚਿਰ ਹੋ ਗਿਆ। ਕਾਹਦੇ ਵਾਸਤੇ ਬੈਠੇ ਹੋ? ਆਪ ਜੀ ਨੂੰ ਕੁਝ ਪ੍ਰਸ਼ਨ ਪੁੱਛਣੇ ਸਨ। ਬਸ ਮੈਂ ਆਪਣੇ ਗੁਰੂ ਨੂੰ ਪੁੱਛੇ, ਮੇਰਾ ਗੁਰੂ ਉਸਤਾਦ ਕਹਿਣਾ ਵੀ ਤੇਰੇ ਇਹਨਾਂ ਸਵਾਲਾਂ ਦਾ ਜਵਾਬ ਗੁਰੂ ਨਾਨਕ ਦੀ ਗੱਦੀ ਦਾ 5ਵਾਂ ਗੁਰੂ ਦੇਊਗਾ। ਦੱਸੋ। ਫਿਰ ਉਹਨਾਂ ਨੇ ਸਵਾਲ ਜਵਾਬ ਕੀਤੇ, ਪ੍ਰਸ਼ਨ ਪੁੱਛੇ, ਖੈਰ ਲੰਮੀ ਹੋ ਜਾਣੀ ਹੈ ਕਹਾਣੀ। ਮੇਨ ਗੱਲ ਤਾਂ ਇਹ ਹੈ ਕਿ ਅਖੀਰ ਕੁਝ ਦਿਨਾਂ ਦੇ ਬਾਅਦ ਰਿਸ਼ੀ ਕਹਿਣ ਲੱਗਿਆ ਜੀ ਮੈਨੂੰ ਆਗਿਆ ਬਖਸ਼ੋ, ਹੁਣ ਮੈਂ ਸਰੀਰ ਤਿਆਗਣਾ ਚਾਹੁੰਦਾ। ਧੰਨ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਰਿਸ਼ੀ ਜੀ ਤੁਹਾਡੇ ਵਰਗੇ ਰਿਸ਼ੀਆਂ ਤਾਂ ਬੜੀ ਲੋੜ ਹੈ ਸੰਸਾਰ ਨੂੰ, ਤੁਸੀਂ ਕੁਝ ਸਮਾਂ ਰਹੋ। ਕਹਿੰਦੇ ਰਹਿਣ ਦਿਓ ਜੀ, ਅੱਗੇ ਇੱਕ ਫੁਰਨੇ ਨੇ ਹਜ਼ਾਰਾਂ ਸਾਲ ਮੈਨੂੰ ਸਮਾਧੀ 'ਚ ਬਿਠਾਤਾ, ਕੋਈ ਹੋਰ ਫੁਰਨਾ ਖੜਾ ਹੋ ਜਾਊਗਾ, ਤੁਸੀਂ ਮੇਰਾ ਸਰੀਰ ਛਡਾ ਦਿਓ ਹੁਣ। ਤੇ ਗੁਰੂ ਅਰਜਨ ਦੇਵ ਕਹਿੰਦੇ 7 ਬਚਨ, ਪਰ ਤੁਹਾਡੇ ਸਰੀਰ ਦਾ ਕਰੀਏ ਕੀ? ਭਾਵ ਸੰਸਕਾਰ ਕਰੀਏ ਜਾਂ ਦੱਪ ਦਈਏ? ਉਹ ਕਹਿਣ ਲੱਗਿਆ ਜੀ ਕੁਛ ਨਹੀਂ ਕਰਨਾ, ਇਸੇ ਸਰੋਵਰ ਥੋੜਾ ਡੂੰਘਾ ਹੋਰ ਟੋਹਾ ਪੱਟ ਦਿਓ ਇੱਕ, ਮੈਂ ਉਹਦੇ ਵਿੱਚ ਲੰਮਾ ਪੈ ਕੇ ਸਰੀਰ ਛੱਡ ਦੇਣਾ, ਤੁਸੀਂ ਮਿੱਟੀ ਪਾ ਦਿਓ ਉੱਤੇ। ਕੋ ਸਤਿਗੁਰੂ ਏਦਾਂ ਹੀ ਹੋਇਆ। ਫਿਰ ਸੰਤੋਖ ਰਿਸ਼ੀ ਦਾ ਸਰੀਰ ਜਿਹੜਾ ਹੈ ਗੁਰਦੁਆਰਾ ਸੰਤੋਖ ਸਰ ਉਹ ਜੋ ਸਰੋਵਰ ਹੈ ਉਹਦੇ ਵਿੱਚ ਹੀ ਹੈ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਗੁਰੂ ਸਾਹਿਬ ਰਿਸ਼ੀਆਂ ਮੁਨੀਆਂ ਦਾ ਬੜਾ ਸਤਿਕਾਰ ਕਰਦੇ ਹੈ। ਇਸ ਰਿਸ਼ੀ ਦਾ ਬੜਾ ਸਤਿਕਾਰ ਕੀਤਾ ਹੈ। ਔਰ ਨਾਰਦ ਮੁਨੀ ਜੀ ਤੁਸੀਂ ਤਾਂ ਸ੍ਰਿਸ਼ਟੀ ਨੂੰ ਧਾਰਨ ਵਾਸਤੇ, ਸ੍ਰਿਸ਼ਟੀ ਨੂੰ ਸੁਧਾਰਨ ਵਾਸਤੇ, ਦੁਨੀਆ ਦੇ ਪਰਉਪਕਾਰ ਵਾਸਤੇ ਘੁੰਮਦੇ ਰਹਿੰਦੇ ਹੋ, ਆਪਣੇ ਪਵਿੱਤਰ ਚਰਨਾਂ ਦੇ ਨਾਲ ਪਵਿੱਤਰ ਕਰਦੇ ਹੋ। ਸੁਨਮਨ ਨਾਰਦ ਪਰਮ ਵਿਚਾਰਦ ਉੱਤਰ ਹੇਤ ਬਖਾਨੀ ਸਾਰਦ। ਔਰ ਨਾਰਦ ਮੁਨੀ ਫਿਰ ਬੜਾ ਖੁਸ਼ ਹੋਇਆ ਸਤਿਗੁਰ ਦੀ ਗੱਲ ਸੁਣ ਕੇ, ਧੰਨਵਾਦ ਵੀ ਕਰਦਾ ਹੈ।
ਫਿਰ ਕਹਿਣ ਲੱਗੇ ਆ ਮਹਾਰਾਜ ਮੈਂ ਆਪ ਜੀ ਦੇ ਕੋਲ ਇੱਕ ਬੇਨਤੀ ਕਰਨੀ ਹੈ। ਸ੍ਰੀ ਅਸਕੇਤ ਪੁੱਤਰ ਪੈ ਪਰਮਾ ਧਰਿਓ ਰੂਪ ਗੁਰ ਰਾਖਣ ਕਰਮ। ਮੈਨੂੰ ਪਤਾ ਲੱਗਿਆ ਸ੍ਰੀ ਅਸਕੇਤ ਅਕਾਲ ਪੁਰਖ ਦੇ ਪੁੱਤਰ ਨੇ, ਪਿਆਰੇ ਪੁੱਤਰ ਨੇ ਦੁਨੀਆ ਵਿੱਚ ਗੁਰੂ ਦਾ ਰੂਪ ਧਾਰਨਾ ਕੀਤਾ ਧਰਮ ਨੂੰ ਕਾਇਮ ਕਰਨ ਲਈ। ਤੀਨ ਤਾਪ ਖਾਪਨ ਸ਼ੁਭ ਦਰਸ਼ਨ ਆਏ ਸੁਰਗ ਤੇ ਹਰਕਤ ਪਰਸਨ। ਔਰ ਮੈਨੂੰ ਪਤਾ ਲੱਗਿਆ ਵੀ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਕੌਣ ਹੈ? ਗੁਰੂ ਨਾਨਕ। ਇਹਦੀ ਅੱਗੇ ਅਰਦਾਸ ਕਰੋ। ਆਪਾਂ ਰੋਜ਼ ਬੇਨਤੀ ਕਰਦੇ ਆ, ਪੰਕਤੀ ਗੁਰਬਾਣੀ ਦੀ ਆ। ਇਸੇ ਤਰ੍ਹਾਂ ਨਾਰਦ ਮੁਨੀ ਕਹਿੰਦਾ ਤੁਸੀਂ ਤਿੰਨਾਂ ਤਾਪਾਂ ਨੂੰ, ਆਦਿ ਵਿਆਧੀ ਉਪਾਧੀ ਰੋਗਾਂ ਨੂੰ, ਕੁਛ ਕਰਮਾਂ ਕਰਕੇ ਆਏ, ਕੁਛ ਇਹ ਜੀਵਨ ਦੀਆਂ ਗਲਤੀਆਂ ਕਰਕੇ ਆਏ। ਗਲਤੀ ਮਤਲਬ ਸ਼ਰਾਬ ਪੀਤੀ ਤੇ ਅੰਦਰ ਵਿਕਾਰ ਪੈਦਾ ਕਰ ਦਿੱਤਾ, ਗਰਮੈਸ਼ ਪੈਦਾ ਕਰਤੀ, ਇਹ ਹੈ ਵਿਆਧੀ। ਵਿਆਧ ਕਹਿੰਦੇ ਆ ਬਿਮਾਰੀ ਨੂੰ। ਆਦਿ ਜੋ ਪਿਛਲੇ ਜਨਮਾਂ ਵਿੱਚ ਕੀਤੀਆਂ ਗਲਤੀਆਂ ਉਹ ਬਿਮਾਰੀਆਂ ਨਾਲ ਆ ਰਹੀਆਂ। ਤੇ ਉਪਾਧੀ ਜਿਵੇਂ ਲੜਾਈਆਂ ਹੋ ਗਈਆਂ, ਗੰਡਾਸਾ ਮਾਰਿਆ, ਫੱਟ ਵੱਜ ਗਿਆ, ਇਹ ਵੀ ਇੱਕ ਬਿਮਾਰੀ ਬਣ ਜਾਂਦੀ ਹੈ ਅੱਗੇ ਚੱਲ ਕੇ। ਤਾਂ ਇਹਨਾਂ ਤਿੰਨਾਂ ਰੋਗਾਂ ਨੂੰ ਗੁਰੂ ਦੂਰ ਕਰਦਾ ਮਹਾਰਾਜ। ਬਸ ਏਦਾਂ ਹੀ ਸਲਾਹ ਬਣ ਗਈ ਵੀ ਚਲੋ ਯਾਰ ਇਸੇ ਗੁਰੂ ਦੇ ਦਰਸ਼ਨ ਕਰਦੇ ਹਾਂ। ਰਿਕਤ ਪਾਣ ਨੇ ਆਵਤੇ ਆਚੇ ਦੇਤੇ ਭੇਟ ਲਿਆਈ ਦੋ ਬਾਚੇ। ਉਹ ਕਹਿੰਦੇ ਆ ਗੁਰੂ ਕੋਲ ਤੇ ਵੈਦ ਕੋਲ ਖਾਲੀ ਹੱਥ ਨਹੀਂ ਜਾਈਦਾ। ਤਾਂ ਤੇ ਮਹਾਰਾਜ ਮੈਂ 2 ਖੰਭ ਲਿਆਇਆ, ਇਹ ਆਕਾਸ਼ ਲੋਕ ਦੇ ਹਨ, ਜੋ ਮੈਂ ਖਾਲੀ ਹੱਥ ਕਰਕੇ ਇਹ 2 ਭੇਟਾਂ ਲਿਆਂਦੀਆਂ ਜੀ। ਬਾਹਰ ਵਿਚਾਰੋ ਜੋ ਹੈ ਪਿਆਰੀ ਐਸੀ ਵਸਤ ਦਿਓ ਕਰਤਾਰੀ। ਫਿਰ ਮੈਂ ਸੋਚਿਆ ਵੀ ਗੁਰੂ ਸਾਹਿਬ ਨੂੰ ਕਿਹੜੀ ਚੀਜ਼ ਵਾਲੀ ਪਿਆਰੀ ਹੈ, ਮੈਂ ਉਹ ਲੈ ਕੇ ਜਾਵਾਂ। ਕਰਨ ਜੰਗ ਅਭਿਆਸ ਬਡੇਰਾ ਹਿਰਦੇ ਵਿਚਾਰਨਾ ਕਰ ਮਹਿਰਾ। ਫਿਰ ਮੈਂ ਸੋਚਿਆ ਵੀ ਦੱਸਦੇ ਆ ਉਹ ਜ਼ੁਲਮ ਨੂੰ ਖਤਮ ਕਰਨ ਵਾਸਤੇ ਜੰਗਾਂ ਜੁੱਧਾਂ ਵਿੱਚ ਲੱਗੇ ਹੋਏ ਨੇ, ਜੰਗਾਂ ਜੁੱਧਾਂ ਦੇ ਸ਼ਸਤਰ ਤਿਆਰ ਕਰਵਾਉਂਦੇ ਹਨ। ਜਾਤੀ ਸ਼ਸਤਰਨ ਕੀ ਪਹੁੰਚਾਓ ਵਿਦਿਆ ਚਾਪ ਅਦਕ ਸਭ ਮਾਹੋ। ਮੈਂ ਸੁਣਿਆ ਕਿ ਤੁਸੀਂ ਤੀਰ ਕਮਾਨ ਦੇ ਬੜੇ ਧਣੀ ਹੋ, ਬਹੁਤੇ ਤੀਰ ਚਲਾਉਣੇ ਹੋ ਤੇ ਤੁਹਾਨੂੰ ਇਸ ਦਾ ਬੜਾ ਅਭਿਆਸ ਵੀ ਹੈ। ਜਾਤੀ ਤੁਮਰੇ ਸਰਨ ਕਰਨ ਕੋ ਮੈਂ ਹਾਨੀ ਸ਼ੁਭ ਬੀਨ ਪਰਮ ਕੋ। ਇਹ ਜੇ 2 ਖੰਭ ਮੈਂ ਚੁਣ ਕੇ ਲਿਆਂਦੇ ਮਹਾਰਾਜ, ਇਹ ਆਪਣੇ ਤੀਰਾਂ ਦੇ ਪਿੱਛੇ ਫਿੱਟ ਕਰੋਗੇ ਤਾਂ ਤੀਰ ਸਿੱਧਾ ਨਿਸ਼ਾਨੇ ਤੇ ਲੱਗੂਗਾ। ਇਹਦੀ ਵੀ ਲੋੜ ਸੀਗੀ, ਇਸ ਕਰਕੇ ਮੈਂ ਇਹ ਚੁਣ ਕੇ ਲੈ ਆਉਣੇ ਕੀਤੇ। ਆਪਣੇ ਬਾਦ ਸੰਗ ਲਗਵਾਓ ਬਹੁਰ ਚਾਪ ਮੈਂ ਸੰਗ ਚਲਾਓ। ਤੇ ਮਹਾਰਾਜ ਤੁਸੀਂ ਇਹਨਾਂ ਮੇਰੀ ਭੇਟਾਂ ਨੂੰ, ਮੇਰੇ ਇਹਨਾਂ ਖੰਭਾਂ ਨੂੰ ਆਪਣੇ ਤੀਰਾਂ ਦੇ ਪਿੱਛੇ ਫਿੱਟ ਕਰੋ। ਤੀਰ ਦੇ ਪਿੱਛੇ ਤੁਸੀਂ ਖੰਭ ਜਾਂ ਦੇਖਦੇ ਹੁੰਦੇ ਹੋ, ਉਹ ਖੰਭ ਦੀ ਜਿਹੜੀ ਧਾਰ ਹੁੰਦੀ ਹੈ ਨਾ ਉਹਦੇ ਵਾਲਾਂ ਦੀ, ਉਹ ਸਿੱਧੀ ਹੁੰਦੀ ਹੈ। ਤੇ ਜਦੋਂ ਪਿੱਛੇ ਲੱਗੀ ਹੋਵੇ ਤੇ ਤੀਰ ਨੂੰ ਜਦ ਛੱਡੀਏ ਤੇ ਉਹ ਜਿਹੜੀ ਖੰਭ ਦੀ ਧਾਰ ਹੈ ਉਹ ਤੀਰ ਨੂੰ ਬਿਲਕੁਲ ਸਿੱਧਾ ਲੈ ਕੇ ਜਾਂਦੀ ਹੈ, ਡੋਲਣ ਨਹੀਂ ਦਿੰਦੀ। ਤਾਂ ਨਾਰਦ ਮੁਨੀ ਕਹਿਣ ਲੱਗੇ ਔਰ ਰਿਸ਼ੀ ਕਹਿਣ ਲੱਗੇ ਮਹਾਰਾਜ ਤੁਸੀਂ ਇਹ ਸਾਡੀ ਭੇਟਾ, ਸਾਡੇ ਖੰਭ ਦਿੱਤੇ ਹੋਏ ਆਪਣੇ ਤੀਰਾਂ ਦੇ ਪਿੱਛੇ ਫਿੱਟ ਕਰਵਾ ਕੇ ਤੇ ਚਲਾ ਕੇ ਦੇਖੋ ਜੀ। ਤੇਰੋ ਵੇਗ ਹੋਏ ਐਸੇ ਉੜ ਕਰ ਜਾਏ ਵਿਹੰਗ ਜੈਸੇ। ਤੇ ਫਿਰ ਵੇਖੋ ਮਹਾਰਾਜ ਤੁਹਾਡਾ ਤੀਰ ਕਿਵੇਂ ਪੰਛੀ ਦੀ ਨਿਆਈ ਉੱਡ ਕੇ ਜਾਂਦਾ ਹੈ ਦੂਰ। ਚੇਤ ਕਹੋਤ ਰਹੀ ਅਵਤਾਰਾ ਪਹੁੰਚ ਸਬਣ ਕੋ ਦਰਸ਼ਨ ਹਾਰਾ। ਉਹ ਨਾਰਦ ਮੁਨੀ ਕਹਿੰਦਾ ਹੈ ਕਿ ਜਿੰਨੇ ਵੀ ਦੁਨੀਆ ਵਿੱਚ ਅਵਤਾਰ ਆਏ ਮਹਾਰਾਜ ਮੈਂ ਲਗਭਗ ਸਾਰਿਆਂ ਦੇ ਦਰਸ਼ਨ ਕੀਤੇ ਹਨ। ਰਾਮਚੰਦਰ ਸ਼੍ਰੀ ਕ੍ਰਿਸ਼ਨ ਨਿਹਾਰੇ ਸੁੰਦਰ ਦਰ ਸਰੀਰ ਬਹੁ ਭਾਰੇ। ਰਾਮਚੰਦਰ ਜੀ ਦੇ, ਕ੍ਰਿਸ਼ਨ ਜੀ ਦੇ ਦਰਸ਼ਨ ਵੀ ਮੈਂ ਕੀਤੇ ਹਨ, ਬੜੇ ਸੁੰਦਰ ਸਨ। ਅਪਰਾਧ ਕੋ ਰੂਪ ਸਵੇਦਾ ਕਰਤੇ ਰਹੋ ਮਾਨਵੀ ਲੀਲਾ। ਤੁਸੀਂ ਤਾਂ ਮਹਾਰਾਜ ਬਹੁਤ ਹੀ ਸੁੰਦਰ ਹੋ, ਤੁਹਾਡੀ ਤਾਂ ਕੋਈ ਬਰਾਬਰੀ ਹੀ ਨਹੀਂ ਕਰ ਸਕਦਾ। ਛੈਲ ਛਬੀਲੇ ਹੋ, ਸੁੰਦਰ ਹੋ, ਪਰ ਪਰਮੇਸ਼ਰ ਦੇ ਰੂਪ ਹੋ ਕੇ ਮਾਨਵੀ ਲੀਲਾ ਕਰ ਰਹੇ ਹੋ। ਚਾਹੁੰਦੇ ਤਾਂ ਚੁਟਕੀ ਦੇ ਵਿੱਚ ਦੁਨੀਆ ਨੂੰ ਖਤਮ ਕਰ ਸਕਦੇ ਸੀ, ਪਰ ਨਹੀਂ। ਆ ਜਿਹੜਾ ਪੰਥ ਸਜਾਉਣਾ ਸੀਗਾ, ਵਾਰ-ਵਾਰ ਅਵਤਾਰ ਥੋੜਾ ਹੀ ਆਉਂਦੇ ਆ, ਤਾਂ ਬੜੇ ਲੰਮੇ ਸਮੇਂ ਬਾਅਦ ਅਵਤਾਰ ਆਉਂਦਾ ਹੈ। ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਨੂੰ ਇਸ ਕਰਕੇ ਸਾਜਿਆ ਕਿ ਆਉਣ ਵਾਲੇ ਸਮੇਂ ਵਿੱਚ ਜੇ ਅਵਤਾਰ ਨਾ ਵੀ ਆਉਣ ਤੇ ਮੇਰਾ ਖਾਲਸਾ ਪੰਥ ਜਿਹੜਾ ਹੈ ਗਾਹੇ ਅਵਗਾਹੇ, ਜਦੋਂ ਵੀ ਧਰਮ ਦੀ ਕੋਈ ਬਰਬਾਦੀ ਕਰਦਾ, ਧਰਮ ਨੂੰ ਖਰਾਬ ਕਰਦਾ ਤੇ ਮੇਰਾ ਖਾਲਸਾ ਉੱਠ ਕੇ ਲੜੇਗਾ। ਇਹੀ ਕਾਰਨ ਹੈ ਕਿਸਾਨਾਂ ਦਾ ਲੜਨਾ, ਨਹੀਂ ਤਾਂ ਉਦੋਂ ਪਹਿਲਾਂ ਕਈ ਕਾਨੂੰਨ ਕਈ ਸੂਬਿਆਂ ਦੇ ਵਿੱਚ ਪਾਸ ਕਰ ਚੁੱਕੇ ਆ। ਕੋਈ ਸਤਨਾਮ ਭਾਵ ਸਾਡੇ ਪੰਜਾਬ ਦੇ ਉੱਤੇ ਗੁਰੂ ਸਾਹਿਬ ਵਾਲੀ ਮੇਨ ਖਾਸ ਬਖਸ਼ਿਸ਼ ਹੈ। ਖਾਲਸਾ ਪੰਥ ਨੂੰ ਸਾਜਣ ਦਾ ਮਤਲਬ ਕਿ ਜਦਾ ਜਦਾ ਧਰਮ ਗਲਾਨੀਸਤ, ਕ੍ਰਿਸ਼ਨ ਜੀ ਵੀ ਕਹਿੰਦੇ ਹਨ ਆਪਣੀ ਗੀਤਾ ਦੇ ਵਿੱਚ, ਜਦੋਂ ਜਦੋਂ ਧਰਮ ਤੇ ਗਲਾਨੀ ਆਉਂਦੀ ਹੈ ਉਦੋਂ ਉਦੋਂ ਮੈਨੂੰ ਅਵਤਾਰ ਲੈਣਾ ਪੈਂਦਾ, ਤਦੇ ਉਦੋਂ ਮੈਂ ਆਉਂਦਾ ਹਾਂ।
ਪਰ ਗੁਰੂ ਸਾਹਿਬ ਪਾਤਸ਼ਾਹ ਜੀ ਨੇ ਇੱਕ ਐਸਾ ਅਵਤਾਰ ਪੈਦਾ ਕਰ ਦਿੱਤਾ ਜਿਹੜਾ ਹੁਣ ਕਦੇ ਜਾਵੇਗਾ ਹੀ ਨਹੀਂ, ਉਹ ਹੈ ਖਾਲਸਾ ਪੰਥ। तो खालसा पंथ की ऐसी बख्शिश की है, प्रगट्यो खालसा परमात्मा की मौज, खालसा पार ब्रह्म की फौज, ये घरों साजिया होया पंथ है, ऐसा वैसा नहीं है। इसे करके गुरु साहब दे भरे हुए जिहड़े गुरु प्यारे जोश दे रस दे वो बूंदा हन अमृत वालियां, वो अज भी पंजाब दे नौजवानां दे विच पंजाब दे विच काम कर रहीआं हन, खालसे विच काम कर रहीआं। खैर मनोबिरतियां उत्थे रखीए तां गुरु पातशाह जी नूं कहण लगे आ, महाराज अवतार तो बहुत आए पर तुहाडी बराबरी कोई नहीं कर सकता। तुसी इन्नी शक्ति लैके भी मनुखा की तरह विचर रहे हो। महाराज जी ने तुहाडे दर्शन कर लेना, उन्हें कुछ करन दी लोड़ नहीं, वो सहजे ही परमेश्वर विच मिल जाता है। महाराज मैं तुहाडी क्या शोभा करा, मैनू लगदा दुश्मनी तुहानू देख के लुभाएमान हो जाता है। एक सैद खान आया है 10वें पातशाह जी नूं फड़न वास्ते 5000 फौज लैके, और रस्ते विच आउंदा होया फुरना बना रहे है। जे किते गुरु गोबिंद सिंह कल्ले टक्कर जाण, एवें लोकां दे पुੱਤ मरवाई जांदे मेरे कल्ले नाल सीधी लड़ाई करन। ते जदों फौजां दोने आमो सामने होईयां ना, ते ओह भी जरनैल मूहरे सीगा सैद खान, ते इधरों धन गुरु गोबिंद सिंह जी अपनी फौज चों निकल के मूहरे आ गए। कहते आ जा सैद खान, तेरी भावना पूरी कर दिए, तू कहदा सी किते कल्ले टक्कर जाण। हैरान हो गया, तो मेरी गल कुछ नहीं हिरते दी, मैं यही तो सोचदा हुंदा सीगा। दोने फौजां नूं रोक दिता दोनों जरनैलां ने। बादशाह कहंदे रुक जाओ, वह भी कहंदा रुक जाओ, ते दोने इकट्ठे हो गए। कहते लाला वाह जी लाउणी आ, कहना किहड़ी वाह लाउणी आ। घोड़े तो उतरिया ते जाके सतगुरां दे चरणां ते सीस रख दिता, जो रकाब दे विच सतगुरां दा पैर सी घोड़े ते। जदों उसने भी अपनी तलवार घोड़े की काठी ते टंग दी, ते पातशाह जी ने भी अपनी तलवार घोड़े की काठी टंग दी, क्योंकि उहदे नाल ही म्यार बनिया हुंदा काठी दे नाल ही तलवार दा भी। ते पातशाह थल्ले उतर खड़े घोड़े तो, और फिर सैद खान दे हाथ विच हाथ फड़िया दोस्तां दी तरह, और चलते चलते दोनों फौजा थोड़ी दूरी ते चले गए गुरु प्यारे हो। क्योंकि सैद खान दे मन विच ख्याल पैदा हो गया, जे मैं गुरु दे चरनी पै जावां, आया तो फड़न वास्ते सीगा पर खुद ही फड़िया गया। तो कहना जे किते गुरु की शरण लै लवां, पर पिछे 5000 मुसलमान खड़े न, उन्होंने इस दे उत्ते गुरु प्यारो सजा ला देनी है भी तू यार मुसलमान हुंदा एक हिंदू पैर दे पैरी क्यों पिया। तो गुरु साहब ने उहदी भावना पूरी की, उहदे हाथ में हथ फड़ के उन्होंने दूर लै गए, तो जिथे लिजा के उन्होंने दोनों ने गलबात की। दसदे है कि सैद खान ने उत्थे अपने मन दी इच्छा पूरियां कीतियां, सतगुर दे चरनी पिया, बख्शिश की। वो सैद खान मुड़ के लड़ाई दे विच नहीं आया, पता नहीं किधर नूं सतगुरां ने सिमरन भजन बंदगी लई तोड़ दिता उसनूं, कोई सतनाम, ते फौज वापस चली गई। नारद मुनि कहना महाराज तुहाडी तां सुंदरता देख के ना मैनू लगदा दुश्मन भी पैरी पै जाण। जदों तुसीं सज धर के गात्रे तलवार पा के शीश दे ऊपर दस्तार ते दस्तार दे ऊपर कलगी सजा के जिगा सजा के जदों निकलदे हो, बस तुहाडे दर्शन जिहड़े उस वेले हुंदे आ ना, जदों संपूर्ण तैयारी करके बाहर निकलदे हो, ते तुहाडे दर्शन जिहड़े आ महाराज जीव नूं आनंद देण वाले मुख मंडल दी महिमा शोभा उस वेले सूरज तो भी ज्यादा चमकदी है। जिन्हें तुहाडे दर्शन करने उन्होंने किसी के दर्शनां दी हुण लोड़ नहीं है। नारद मुनि कहना मैं आकाशा तो चल के ऋषि कहना तुहाडे दर्शनां लई आया, महाराज जी ने तुहाडे दर्शन कर ले, उन्होंने कुछ भी करने की लोड़ नहीं जी। हाँ तुसीं वधिया कीता जिहड़ा श्रोमणी पंथ साज दिता है, सूर जोधियां दा खालसा पंथ जिसकी गल कर रहे हैं आपां। गुरु प्यारे हो, एक खालसा पंथ कदे भी खत्म होने वाला नहीं।
ਜਫਰਨਾਮੇ ਵਿੱਚ ਮੇਰੇ ਪ੍ਰੀਤਮ ਲਿਖਦੇ ਆ ਔਰੰਗਜ਼ੇਬ ਨੂੰ, ਕੀ ਹੋਇਆ ਜੇ ਤੂੰ ਮੇਰੇ 4 ਪੁੱਤਰ ਮਾਰ ਦਿੱਤੇ, ਮੇਰਾ 5ਵਾਂ ਪੁੱਤਰ ਖਾਲਸਾ ਪੰਥ ਕੁੰਡਲੀਆ ਸ਼ਮਸ਼ੇਰ ਖਾਲਸਾ ਹਜੇ ਨਹੀਂ ਮਰਿਆ, ਉਹ ਤੈਨੂੰ ਮਾਰ ਕੇ ਵੀ ਨਹੀਂ ਮਰੇਗਾ। ਕਹੋ ਸਤਨਾਮ, ਐਸਾ ਮੈਂ ਖਾਲਸਾ ਪੰਥ ਸਾਜਿਆ ਹੈ। ਤੇ ਨਾਰਦ ਮੁਨੀ ਵਰਗੇ ਰਿਸ਼ੀ ਵੀ ਮਹਿਮਾ ਕਰਦੇ ਆ, ਮਾਲਕੋ ਜਿਹੜਾ ਤੁਸੀਂ ਜੋਧਿਆਂ ਦਾ ਇਹ ਪੰਥ ਸਾਜਿਆ ਹੈ, ਕਰਿਓ ਸਭਨ ਕੋ ਯੁੱਧ ਸਿਖਾਇਓ, ਔਰ ਇਹਨਾਂ ਨੂੰ ਯੁੱਧ ਕਰਨਾ ਸਿਖਾਇਆ। ਇੱਕ ਛੋਟੀ ਜੀ ਗੱਲ ਮੇਰੇ ਇੱਥੇ ਯਾਦ ਆ ਗਈ। ਇੱਕ ਦਿਨ ਗੱਡੀ ਦੇ ਵਿੱਚ 2 ਜਣੇ ਬੈਠੇ ਨੇ, ਇੱਕ ਖਾਲਸਾ ਬੈਠਾ ਨਿਹੰਗ ਸਿੰਘ ਤਿਆਰ ਪਰ ਤਿਆਰ, ਔਰ ਸਿੰਘਾਂ ਦੇ ਕੋਲੇ ਇੱਕ ਤਲਵਾਰ ਤਾਂ ਹੁੰਦੀ ਹੈ, ਗਾਤਰੇ ਹੱਥ ਵਿੱਚ ਐਡਾ ਕੁ ਡੰਡਾ ਵੀ ਹੁੰਦਾ। ਗੱਲ ਸੁਣਨ ਵਾਲੀ 2 ਮਿੰਟ। ਤਾਂ ਗੁਰੂ ਪਿਆਰਿਓ ਕੀ ਹੋਇਆ, ਜਦੋਂ ਉਹ ਦੋਨੇ ਗੱਲਾਂ ਕਰਦੇ ਆ ਮੰਤਰਾਂ ਦੀਆਂ, ਪੰਡਤ ਕਹਿਣ ਲੱਗਿਆ ਵੀ ਸਾਡੇ ਮੰਤਰ ਬੜੇ ਤਕੜੇ, ਅਸੀਂ ਮੰਤਰ ਮਾਰ ਦਈਏ ਤੇ ਇਹ ਕਰ ਦਈਏ ਉਹ ਕਰ ਦਈਏ। ਜਦੋਂ ਬਾਬਰ ਚੜ ਕੇ ਆਇਆ ਉੱਥੇ ਵੀ ਗੱਲਾਂ ਕਰਦੇ ਸੀ ਲੋਕ ਐਮਨਾਬਾਦ 'ਚ, ਅਸੀਂ ਮੰਤਰ ਮਾਰਾਂਗੇ, ਬਾਬਰ ਦੀ ਫੌਜ ਨਹੀਂ ਕਰ ਦਿਆਂਗੇ। ਬਾਬੇ ਨਾਨਕ ਨੇ ਵੇਖਿਆ, ਬਾਅਦ ਵਿੱਚ ਪੁੱਛਿਆ, ਹਾਂ ਵੀ ਕਿੱਧਰ ਗਏ ਮੰਤਰ ਤੁਹਾਡੇ? ਕੋਈ ਮੁਗਲ ਨਾ ਹੋਆ ਅੰਧਾ ਕਿੰਨੇ ਨੇ ਪਰਚਾ ਲਾਇਆ, ਮੁਗਲ ਪਠਾਣਾ ਭਈ ਲੜਾਈ, ਰਲ ਮੈਂ ਤੇਗ ਬਗਾਈ, 19 ਤੁਪਕ ਤਾਂ ਚਲਾਈ, 19 ਹਸਤ ਚਲਾਈ, ਜਿਨਕੀ ਤੀਰੀ ਦਰਗੇ ਪਾਟੀ, ਤਿੰਨਾ ਮਰਨਾ ਭਾਈ, ਤੁਸੀਂ ਕਿਉਂ ਨਾ ਰੋਕਿਆ ਮੰਤਰ? ਉਹ ਪੰਡਤ ਕਹਿੰਦਾ ਸਾਡੇ ਮੰਤਰ ਬੜੇ ਤਕੜੇ ਤਕੜੇ ਆ। ਔਰ ਗੁਰੂ ਪਿਆਰਿਓ ਉਹ ਨਿਹੰਗ ਸਿੰਘ ਕਹਿਣ ਲੱਗਿਆ, ਸਾਨੂੰ ਵੀ ਗੁਰੂ ਸਾਹਿਬ ਨੇ ਮੰਤਰ, ਸਾਡੇ ਮੰਤਰਾਂ ਵਿੱਚ ਵੀ ਕੋਈ ਘਾਟ ਨਹੀਂ ਹੈ। ਕਹਿੰਦੇ ਤੁਹਾਡੇ ਮੰਤਰਾਂ 'ਚ ਕੀ ਹਿਸਾਬ ਕਿਤਾਬ ਹੈ? ਕਹਿੰਦੇ ਸਾਡੇ ਮੰਤਰ ਤਾਂ ਸਾਡੀ ਆ, ਤੁਹਾਡੇ ਮੰਤਰਾਂ ਦੀ ਗੱਲ ਕਰੋ। ਕਹਿੰਦੇ ਅਸੀਂ ਮੰਤਰਾਂ ਨਾਲ ਕੁਝ ਵੀ ਕਰ ਸਕਦੇ ਹਾਂ। ਕਹਿਣ ਲੱਗੇ ਸਾਡੇ ਜਿਹੜੇ ਮੰਤਰ ਹੈ ਨਾ, ਉਹ ਐਸੇ ਮੰਤਰ ਹੈ ਕਿ ਇੱਥੇ ਬੈਠਾ ਬੈਠਾ ਜੇ ਮੈਂ ਮੰਤਰ ਮਾਰਦਾ ਤੇ ਲੱਤ ਟੁੱਟ ਜੂ। ਪਰ ਸੱਚੀ ਵੀ ਇਹ ਕਿਵੇਂ ਹੋ ਸਕਦਾ ਵੀ ਮੰਤਰ ਮਾਰ ਕੇ ਲੱਤ ਟੁੱਟ ਜੂਗੀ? ਕਈ ਵਾਰੀ ਕਹਿੰਦੇ ਆ ਲੈ ਮੇਰੀ ਕਹਿ ਲੱਤ ਭੰਨਤੀ ਹੋ। ਤਾਂ ਗੁਰੂ ਪਿਆਰੇ ਜਦੋਂ ਨੇ ਕਿਹਾ ਕਰਕੇ ਵਿਖਾ, ਕਿਹੜਾ ਮੰਤਰ ਹੈ ਤੇਰਾ? ਉਹਨੇ ਮੂਲ ਮੰਤਰ ਜਦ ਪੜਿਆ, ਜਾਂ ਜਕਾਰਾ ਛੱਡਿਆ ਸਿੰਘ ਨੇ, ਉਹਦਾ ਘੋਟਣਾ ਸੀ, ਉਹ ਲਾਤੇ ਮਾਰਿਆ, ਪਿੰਜਰੀ ਦੀ ਪਿੰਜਰੀ ਟੁੱਟ ਗਈ। ਕਹੋ ਸਤਨਾਮ। ਉਹ ਕਹਿੰਦਾ ਇਹ ਕੀ ਕੀਤਾ ਤੂੰ? ਕਹਿੰਦਾ ਗੁਰੂ ਸਾਹਿਬ ਨੇ ਕਿਹਾ ਹੈਗਾ ਬਈ ਮਾੜੇ ਮੋਟੇ ਕੰਮਾਂ ਵਾਸਤੇ ਮੇਰੀ ਛੱਡਣ ਦੀ ਲੋੜ ਨਹੀਂ, ਤੁਸੀਂ ਆਪੇ ਕੰਮ ਕਰਿਆ ਕਰੋ। ਤੇ ਇਹ ਨਾਰਦ ਮੁਨੀ ਕਹਿੰਦਾ ਜਿਹੜਾ ਖਾਲਸਾ ਪੰਥ ਸਾਜਿਆ, ਇਹ ਤੁਸੀਂ ਸ਼੍ਰੋਮਣੀ ਜਿਹੜਾ ਪੰਥ ਸਾਜਿਆ, ਹੁਣ ਸਮੇਂ ਸਮੇਂ ਤੇ ਜਿਸ ਮੇ ਆਪ ਪ੍ਰਸੰਨਤਾ ਮੋਹੀ, ਨਿਕ ਨਿਕ ਗਾਰਨ ਮਨ ਮੇ ਹੋਈ। ਮਹਾਰਾਜ ਆਪ ਜੀ ਦਾ ਭਿਆਨਕ ਜੰਗ ਵੇਖ ਵੇਖ ਕੇ ਮੇਰੇ ਮਨ ਵਿੱਚ ਇਹ ਗੱਲ ਆਉਂਦੀ ਹੈ, ਧੰਨ ਗੁਰੂ ਗੁਰਗਾਦੀ ਧੰਨ, ਜਿਨ ਕੀ ਸਮਤਾ ਕਹੇ ਨ ਅੰਨ। ਉਹ ਧੰਨ ਗੁਰੂ ਨਾਨਕ ਹੈ, ਧੰਨੇ ਗੁਰੂ ਨਾਨਕ ਦੀ ਗੱਦੀ ਹੈ, ਜਿਸ ਦੀ ਬਰਾਬਰੀ ਕੋਈ ਵੀ ਨਹੀਂ ਕਰ ਸਕਦਾ ਜੀ। ਰੂਪ ਮਹਿਤ ਮਹਿਆਨ ਤੁਮਾਰਾ, ਨੇਤ ਨੇਤ ਜਿਸ ਵੇਦ ਉਚਾਰਾ। ਤੁਹਾਡਾ ਰੂਪ ਵੀ ਜਿਹੜਾ ਹੈ ਬਹੁਤ ਵਿਸ਼ਾਲ ਹੈ, ਆਕਾਸ਼ਾਂ ਦੀ ਨਿਆਈ, ਔਰ ਵੇਦਾਂ ਗ੍ਰੰਥਾਂ ਵਿੱਚ ਵੀ ਤੁਹਾਡੀ ਮਹਿਮਾ ਕੀਤੀ ਗਈ ਹੈ। ਵੈਸੇ ਜਦੋਂ ਜਾਪ ਸਾਹਿਬ ਦੇਖਿਆ ਮੇਰੇ ਪ੍ਰੀਤਮ ਨੇ, ਤਾਂ ਉਹਦੇ ਵਿੱਚੋਂ ਲਿਖਦੇ ਆ, ਨੇਤ ਨੇਤ ਵਨ ਟ੍ਰੈਂਡ ਸਭ ਕਹੇ, ਤੇ ਨਿਤ ਨਵਾਂ ਕਹਿੰਦੇ ਆ। ਕਿਹਨੂੰ? ਗੁਰੂ ਗੋਬਿੰਦ ਸਿੰਘ ਜਦੋਂ ਉਚਾਰਨ ਕਰਦੇ ਆ ਤੇ ਉਹ ਅਕਾਲ ਪੁਰਖ ਨੂੰ ਕਹਿੰਦੇ ਆ। ਚੱਕਰ ਚਿਹਨੀ ਅਰ ਵਰਨ ਜਾਤ ਅਰ ਪਾਤ ਨਹਿਨ, ਜੇ ਰੂਪ ਰੰਗ ਅਰ ਰੇਖ ਪੇ ਕੋ ਕਹਿ ਨ ਸਕਤ ਕਹੇ, ਅਚਲ ਮੂਰਤਿ ਅਨਭਉ ਪ੍ਰਕਾਸ਼, ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ, ਸ਼ਾਹੂ ਸ਼ਾਹਣ ਨਿਜੈ, ਤ੍ਰੈ ਭਵਨ ਮਹੀਪ, ਤਿੰਨਾਂ ਲੋਕਾਂ ਦੇ ਰਾਜੇ, ਤ੍ਰੈ ਭਵਨ ਮਹੀਪ, ਸੁਰ ਨਰ ਅਸੁਰ, ਦੇਵਤੇ ਦੈਂਤੇ ਮਨੁੱਖ, ਨੇਤ ਨੇਤ ਬੰਟਰ ਕਹਿਤ। ਸਾਰੀ ਇਹ ਸਵਰ ਜਿਹੜੀ ਹੈ जितनी भी सृष्टि है, जितनी यह दरख्त हन कहा फूस सारे, नेत नेत बन जंगल आदि, ये सारे तेन नित नवा कह रही है। नेत नेत बन गए सब सर्व कथे कमन, कर्म न बन समर्थ। ये तो वड्डे भागां दे नाल तेरा वर्णन करन दा समा मिलदा है, वैसे तेरी महिमा पूरी कोई नहीं कर सकदागा। इस करके ऋषि जी कहन लगे, महाराज ਤੁਹਾਡੀ ਕੋਈ ਮਹਿਮਾ ਨਹੀਂ ਕਰ ਸਕਦਾ, ਤੁਹਾਡੀ ਹੀ ਮਹਿਮਾ ਵੇਦਾਂ 'ਚ ਉਚਾਰੀ ਗਈ ਹੈ। ਭਾਵ ਗੁਰੂ ਹੀ ਇੱਥੇ ਗੁਰੂ ਹੈ, ਦਰਗਾਹ ਵਿੱਚ ਇਹੋ ਹੀ ਪਰਮੇਸ਼ਰ ਹੈ। ਸਰਬ ਸੁਰਸੁਰ ਸ਼ਰਦ ਸੇਖ, ਅੰਤ ਨਾ ਪਾਏ ਸਕੇ ਅਵਰੇਖ। ਉਹ ਦੇਵਤੇ ਦੈਂਤ ਸ਼ਾਰਦ ਮੁਨੀ, ਸ਼ਾਰਦਾ ਦੇਵੀ, ਨਾਰਦ ਮੁਨੀ ਆਦਿ, ਇਹ ਤੇਰੀ ਮਹਿਮਾ ਕਰਕੇ ਥੱਕ ਗਏ ਹਨ, ਸ਼ੇਸ਼ ਨਾਗ ਆਦਿ। ਨਿਜ ਬ੍ਰਹਮੰਡ ਰੂਪ ਤੁਮ ਧਾਰਾ, ਪਗ ਪਤਾਲ ਜੋ ਧਰੀ ਪਸਾਰਾ। ਇਹ ਸਾਰਾ ਬ੍ਰਹਮੰਡ ਤੁਹਾਡਾ ਹੀ ਰੂਪ ਹੈ। ਦੇਖੋ ਨਾ, ਇੱਥੇ ਨਾਰਦ ਮੁਨੀ ਦੀ ਮਹਿਮਾ ਸੁਣ ਰਹੀ ਆਪਾਂ,
ਉੱਥੇ ਭਾਈ ਕਨ੍ਹਈਆ ਜੀ ਦੀ ਸੁਣ ਲਓ। ਜਦ ਉਹਨਾਂ ਨੂੰ ਕਿਹਾ ਵੀ ਤੁਸੀਂ ਦੁਸ਼ਮਣ ਨੂੰ ਪਾਣੀ ਕਿਉਂ ਪਿਆ ਰਹੇ ਹੋ, ਕਹਿੰਦੇ ਨਾ ਜੀ ਮੈਂ ਤਾਂ ਕਿਸੇ ਮਿੱਤਰ ਨੂੰ ਪਾਣੀ ਪਿਆਇਆ ਨਹੀਂ, ਫਿਰ ਕਿਹਨੂੰ ਪਿਆਇਆ? ਕਹਿੰਦਾ ਜੀ ਤੁਹਾਨੂੰ ਪਿਆਇਆ, ਕਿਉਂਕਿ ਉਹ ਸਾਰਿਆਂ ਵਿੱਚ ਗੁਰੂ ਸਾਹਿਬ ਦਿਖਾਈ ਦੇਣ ਲੱਗ ਪਏ। ਕੋ ਸਤਿਨਾਮ, ਜਦ ਦ੍ਰਿਸ਼ਟੀ ਖੁੱਲ ਗਈ ਉਹਨਾਂ ਦੀ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨੂੰ ਕੋਈ ਸਜ਼ਾ ਨਹੀਂ ਦਿੱਤੀ ਵੀ ਦੁਸ਼ਮਣ ਨੂੰ ਪਾਣੀ ਪਿਆਇਆ। ਉਹ ਕਹਿੰਦੇ ਚੰਗਾ, ਫਿਰ ਜੇ ਮੈਨੂੰ ਪਾਣੀ ਪਿਆਇਆ ਤੇ ਮੇਰੇ ਪੱਟੀਆਂ ਵੀ ਬੰਨ੍ਹ ਦਿਆ ਕਰ। ਜਿੱਥੋਂ ਆ ਫਸਟ ਏਡ ਸ਼ੁਰੂ ਹੋਈ ਹੈ, ਇਹ ਭਾਈ ਕਨ੍ਹਈਆ ਜੀ ਤੋਂ ਆਰੰਭ ਹੋਈ ਹੈ। ਫਸਟ ਏਡ ਦੀ ਜਿਹੜੀ ਘਟਨਾ ਹੈ ਉੱਥੋਂ ਆਰੰਭ ਹੋਈ ਆ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਭਾਈ ਸਾਹਿਬ ਜੀ ਕਹਿੰਦੇ ਮਹਾਰਾਜ ਇਹ ਸਾਰਾ ਬ੍ਰਹਮੰਡ ਤੁਹਾਡਾ ਹੀ ਰੂਪ ਹੈ। ਸਾਗਰ ਕੁਦਰਤ ਸਾਨਦ ਨਾਰੇ, ਲੋਚਨ ਸੂਰਜ ਚੰਦ ਉਦਾਰੇ। ਸਾਗਰ ਦਾ ਪੇਟ, ਸਾਗਰ ਦੀਆਂ ਨਦੀਆਂ ਔਰ ਨਦ ਨਾਲੇ ਅਤੇ ਲੋਚਨ ਸੂਰਜ ਤੇ ਚੰਦਰਮਾ ਇਹ ਤੁਹਾਡੀਆਂ ਅੱਖਾਂ ਹਨ। ਹੁਣ ਵਿਰਾਟ ਸਰੂਪ ਦੇ ਅੰਗ ਦੱਸਦਾ ਕਿਹੜੇ ਕਿਹੜੇ ਆ। ਕਹਿੰਦੇ ਜਿਹੜਾ ਸਾਗਰ ਹੈ ਇਹ ਤੁਹਾਡਾ ਪੇਟ ਆ, ਇਹਦੇ ਵਿੱਚ ਜਿਹੜੀਆਂ ਨਾੜੀਆਂ ਉਹ ਨਦੀਆਂ ਤੇ ਨਾਲੇ ਹੈ। ਸਾਗਰ ਦੇ ਵਿੱਚ ਕਿੰਨੀਆਂ ਨਦੀਆਂ ਮਿਲ ਜਾਂਦੀਆਂ ਜਾ ਕੇ, ਹਨਾ। ਆਪਣੇ ਅੰਦਰ ਵੀ ਮੋਟੀਆਂ ਪਤਲੀਆਂ ਨਾੜੀਆਂ ਤੇ ਨਾਲੇ ਤੇ ਨਦੀਆਂ ਹਨ, ਸਮਝ ਲਓ। ਕਹਿੰਦਾ ਜੀ ਸਾਗਰ ਤੁਹਾਡਾ ਪੇਟ ਹੈ, ਇਹ ਜਿਹੜੀਆਂ ਨਸਾਂ ਹੈ ਨਦੀਆਂ ਤੇ ਨਾਲੇ ਹੈ। ਜਿਹੜੇ ਤੁਹਾਡੇ ਲੋਚਨ ਹਨ ਇਹ ਸੂਰਜ ਤੇ ਚੰਦਰਮਾ ਹਨ। ਬ੍ਰਹਮ ਲੋਕ ਪ੍ਰਭ ਸੀਸ ਬਨਾਇਓ, ਜੈ ਕੇ ਏਕੋ ਰੂਪ ਸੁਹਾਇਓ। ਉਹ ਜਿਹੜਾ ਇਹ ਬ੍ਰਹਮ ਲੋਕ ਹੈ ਤੁਹਾਡਾ ਸੀਸ ਹੈ, ਇਹ ਸਾਰਾ ਤੁਹਾਡਾ ਹੀ ਵਿਰਾਟ ਸਰੂਪ ਹੈ। ਇਹੀ ਇੱਕ ਦਿਨ ਕ੍ਰਿਸ਼ਨ ਜੀ ਨੇ ਗੀਤਾ ਦੇ ਵਿੱਚ ਕੁਰਸ਼ੇਤਰ ਦੇ ਜੰਗ ਵਿੱਚ ਅਰਜਨ ਨੂੰ ਵੀ ਆਪਣਾ ਰੂਪ ਦਿਖਾਇਆ ਸੀ। ਕੋ ਸਤਿਨਾਮ। ਜਿਹੜਾ ਅਰਜਨ ਉਹਨਾਂ ਨੂੰ ਮਾਮੇ ਭੂਆ ਦਾ ਪੁੱਤਰ ਸਮਝਦਾ ਸੀਗਾ, ਇੱਕ ਦਿਨ ਫਿਰ ਕਹਿ ਦਿੱਤਾ ਤੂੰ ਮੈਨੂੰ ਕੀ ਸਮਝਦਾ? ਰੱਥ ਨੂੰ ਚਲਾਉਣ ਵਾਲਾ, ਭੂਆ ਦਾ ਮੁੰਡਾ, ਮਾਮੇ ਦਾ ਮੁੰਡਾ। ਕਹਿੰਦੇ ਮੈਂ ਤਾਂ ਇੰਨਾ ਕੀ ਸਮਝਦਾ। ਕਹਿੰਦੇ ਆ ਫਿਰ ਤੈਨੂੰ ਮੈਂ ਦਿਖਾਵਾਂ ਮੈਂ ਕੌਣ ਆ। ਕੋ ਸਤਿਨਾਮ। ਕਹਿੰਦੀ ਉਸ ਵੇਲੇ ਅਰਜਨ ਕਹਿਣ ਲੱਗਿਆ ਜੀ ਦਿਖਾਓ। ਕਹਿੰਦੇ ਦਿਖਾਵਾਂ ਕਿਵੇਂ? ਪਹਿਲਾਂ ਤੈਨੂੰ ਵੇਖਣ ਵਾਲੀਆਂ ਅੱਖਾਂ ਦੇਣਾ। ਉਹ ਗਿਆਨ ਦਿੱਤਾ ਪਹਿਲਾਂ ਅਰਜਨ ਜੀ ਨੂੰ, ਤੇ ਫਿਰ ਅਰਜਨ ਦੇ ਸਾਹਮਣੇ ਵਿਰਾਟ ਸਰੂਪ ਜਦ ਦਿਖਾਇਆ ਤੇ ਅਰਜਨ ਦੇਖਦਾ ਹੈ ਵੀ ਇਹ ਕ੍ਰਿਸ਼ਨ ਦੇ ਹਜ਼ਾਰਾਂ ਮੂੰਹ, ਜਿਨ੍ਹਾਂ ਚੋਂ ਕਿਸੇ ਚੋਂ ਅੱਗ ਨਿਕਲਦੀ ਹੈ, ਕਿਸੇ ਚੋਂ ਪਾਣੀ ਨਿਕਲਦਾ ਹੈ, ਕਿਸੇ ਚੋਂ ਜੀਵ ਮਰ ਕੇ ਬਾਹਰ ਨੂੰ ਮਰ ਕੇ ਵਿੱਚ ਸਮਾ ਰਹੇ ਨੇ, ਔਰ ਕਿਸੇ ਇਹਦੇ ਵਿੱਚੋਂ ਪੈਦਾ ਹੋ ਕੇ ਬਾਹਰ ਨੂੰ ਰੂਹਾਂ ਜਾ ਰਹੀਆਂ ਉੱਡ ਕੇ। ਇਹ ਵਿਰਾਟ ਸਰੂਪ ਜਦ ਅਰਜਨ ਨੇ ਦੇਖਿਆ ਫਿਰ ਮੱਥਾ ਟੇਕਿਆ। ਕਹਿੰਦੇ ਵਾਹ ਮਾਰੇ ਅਰਜਨ, ਇਹ ਤੇਰਾ ਤਾਂ ਬਹਾਨਾ ਹੀ ਹੈ। ਤੂੰ ਹਥਿਆਰ ਚੱਕ, ਹਥਿਆਰ ਸਿੱਟ ਕੇ ਬੈਠ ਗਿਆ। ਉੱਠ ਚੱਕ ਹਥਿਆਰ, ਤੂੰ ਲੜਾਈ ਕਰ। ਇਹ ਤੇਰੇ ਹੱਥੋਂ ਤੀਰ ਚੱਲਣੀ ਆ, ਮਾਰਨਾ ਤਾਂ ਮੈਂ ਹੀ ਹੈ ਇਹਨਾਂ ਨੂੰ। ਕੋ ਸਤਿਨਾਮ। ਪਰ ਵਡਿਆਈ ਤੈਨੂੰ ਦੇਣੀ ਹੈ। ਮੇਰੇ ਪ੍ਰੀਤਮ ਵੀ ਕਹਿੰਦੇ ਆ ਸਤਿਗੁਰ ਨੂੰ ਆਪਣੀ ਵਡਿਆਈ ਭਾਉਂਦੀ ਗੁਰਸਿੱਖਾਂ ਕੀ ਜੈਕਾਰ ਕਰਾਵੇ। ਹੁਣ ਬਚਿੱਤਰ ਸਿੰਘ ਦੀ ਨਾਗਣੀ ਨਹੀਂ ਕਰ ਸਕਦੀ ਮੋਟੇ ਤਵਿਆਂ ਚੋਂ, ਇਹਨੂੰ ਟਪਾਉਣ ਵਾਲਾ ਗੁਰੂ ਗੋਬਿੰਦ ਸਿੰਘ ਆਪ ਹੀ ਹੈ। ਪਰ ਵਡਿਆਈ ਬਚਿੱਤਰ ਸਿੰਘ ਨੂੰ ਮਿਲੀ ਆ। ਕੋ ਸਤਿਨਾਮ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਮੇਰੇ ਪ੍ਰੀਤਮ ਜੀ ਕਹਿੰਦੇ ਇਤੇ ਆਦਿਕ ਜਗ ਨਾਰਦ ਕਹਿਓ, ਵਰਜਤ ਗੁਰ ਤੁਮ ਸਭ ਕਿਛ ਕਹਿਓ। ਪਾਤਸ਼ਾਹ ਕਹਿੰਦੇ ਚੁੱਪ ਕਰ ਜਾ। ਜਦੋਂ ਸਾਰੇ ਭੇਤ ਖੋਲਣ ਲੱਗਿਆ ਨਾ ਨਾਰਦ ਮੁਨੀ ਪਾਤਸ਼ਾਹ ਦੇ, ਹੁਣ ਸਿੱਖਾਂ ਦੇ ਵਿੱਚ ਤਾਂ ਪਾਤਸ਼ਾਹ ਮਨੁੱਖਾਂ ਇਸ ਤਰ੍ਹਾਂ ਵਿਚਰ ਰਹੇ ਨੇ। ਨਾਰਦ ਮੁਨੀ ਉਹਨਾਂ ਨੂੰ ਪਰਮੇਸ਼ਰ ਦਾ ਰੂਪ ਜ਼ਾਹਰ ਕਰਨ ਲੱਗਿਆ। ਪਾਤਸ਼ਾਹ ਕਹਿੰਦੇ ਬਸ ਤੈਨੂੰ ਪਤਾ ਹੈ ਨਾ, ਤੂੰ ਚੁੱਪ ਕਰ ਜਾ ਹੁਣ। ਆਹੋ ਤੇ ਬ੍ਰਿਕ ਨਿਤ ਸਰਬੱਗ ਹੈ, ਸਭ ਤੇ ਦੀਰਘ ਆਹੋ ਤਤੱਗਿਆ ਹੁੰਦਾ ਜਿਨ੍ਹਾਂ ਨੇ ਬ੍ਰਹਮ ਗਿਆਨ ਨੂੰ ਜਾਣ ਲਿਆ, ਜਿਨ੍ਹਾਂ ਨੇ ਆਤਮ ਗਿਆਨ ਨੂੰ ਜਾਣ ਲਿਆ। ਰਿਸ਼ੀ ਜੀ ਤੁਸੀਂ ਤਾਂ ਸਰਬੱਗ ਸਰਬ ਕਲਾ ਸਮਰੱਥ ਹੋ, ਵੱਡੇ ਹੋ, ਤੁਸੀਂ ਤਤ ਵਸਤੂ ਨੂੰ ਜਾਣਨ ਵਾਲੇ ਹੋ। ਇਸ ਵਿਦ ਕਹਿ ਕਰ ਆਪਸ ਮਾਹੀ, ਭਇ ਆਨੰਦਤ ਮਿਲ ਕਰਤਾਹੀ। ਫਿਰ ਕਹਿੰਦੇ ਗੁਰੂ ਗੋਬਿੰਦ ਸਿੰਘ ਤੇ ਨਾਰਦ ਮੁਨੀ ਦੋਨੇ ਇੱਕ ਦੂਜੇ ਨੂੰ ਗਲਵੱਕੜੀ ਪਾ ਕੇ ਮਿਲੇ ਹਨ। ਕਹੋ ਸਤਿਨਾਮ। ਸਤਿਗੁਰੂ ਆਸਣ ਤੋਂ ਖੜੇ ਹੋ ਗਏ, ਰਿਸ਼ੀ ਨੂੰ ਗਲਵੱਕੜੀ ਚ ਲਿਆ ਹੈ। ਕਰੀ ਬਰਸ ਪਰ ਨਮੋ ਸਿਦਾਰਾ, ਬ੍ਰਹਮ ਰਾਤ ਕੋ ਮੁਨੀ ਬਗਾਰਾ। ਔਰ ਨਾਰਦ ਮੁਨੀ ਜਾਂ ਉਹ ਰਿਸ਼ੀ ਜੋ ਵੀ ਹੈ, ਜਿਸ ਨੂੰ ਇਤਿਹਾਸ ਵਿੱਚ ਇੱਥੇ ਨਾਰਦ ਮੁਨੀ ਕਿਹਾ ਗਿਆ। ਨਾਰਦ ਦਾ ਮਤਲਬ ਹੈ ਸੱਚ ਨੂੰ ਦੱਸਣ ਵਾਲਾ। ਵੈਸੇ ਕਈ ਜਵਾਕਾਂ ਨੂੰ ਵੀ ਕਹਿੰਦਾ ਲੜਾਈ ਨਾਰਦ ਹੈ, ਲੜਾਈਆਂ ਕਰਾਈ ਰੱਖਦਾ ਹੈ। ਹੁਣ ਜਿਹੜਾ ਸੱਚ ਬੋਲੂਗਾ ਉੱਥੇ ਤਾਂ ਲੜਾਈਆਂ ਹੋਣੀਆਂ। ਕੋਈ ਸਤਿਨਾਮ। ਰਿਸ਼ੀ ਦਾ ਨਾਮ ਹੈ ਨਾਰਦ ਮੁਨੀ, ਉਹਦਾ ਕੰਮ ਹੈ ਸੱਚ ਦੱਸਣਾ, ਤੇ ਸੱਚ ਦੱਸਣ ਤੋਂ ਬਾਅਦ ਲੜਾਈਆਂ ਵੀ ਹੋ ਜਾਂਦੀਆਂ ਨੇ। ਇਸ ਕਰਕੇ ਇਹ ਰਿਸ਼ੀ ਜਿਹੜਾ ਹੈ ਨਾਰਦ ਮੁਨੀ ਰਿਸ਼ੀ ਜਿਹੜਾ ਉਹ ਹਮੇਸ਼ਾ ਸੱਚ ਬੋਲਦਾ ਹੈ। ਨਾਰਦ ਮੁਨੀ ਜਿਹੜਾ ਸਾਰੇ ਹੀ ਯੁੱਗਾਂ ਵਿੱਚ ਹੁੰਦਾ ਆਇਆ। ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਨੇ ਵੀ ਜਾ ਕੇ ਸੱਚ ਬੋਲਿਆ ਔਰੰਗਜ਼ੇਬ ਦੇ ਸਾਹਮਣੇ ਕਿ ਤੂੰ ਇਹ ਜਿਹੜਾ ਹੈ ਜ਼ੁਲਮ ਕਰਨਾ ਬੰਦ ਕਰ, ਨਹੀਂ ਤਾਂ ਫਿਰ ਤੇਰੀ ਜੜ੍ਹਾਂ ਪੱਟੀਆਂ ਜਾਣਗੀਆਂ। ਪਰ ਨਹੀਂ ਮੰਨਿਆ।
ਉਹਨੇ ਸ਼ਹੀਦੀ ਕਰਤੀ, ਫਿਰ ਅੱਗੇ ਜਾ ਕੇ ਉਹਦਾ ਖਾਤਮਾ ਹੋ ਗਿਆ। ਸਮੇਂ ਸਮੇਂ ਤੇ ਜਦੋਂ ਵੀ ਐਸਾ ਜ਼ੁਲਮ ਹੁੰਦਾ ਹੈ ਤੇ ਜ਼ੁਲਮ ਕਰਨ ਵਾਲਿਆਂ ਦਾ ਆਖਰੀ ਸਮਾਂ ਸਮਝੋ ਨੇੜੇ ਹੁੰਦਾ ਹੈ। ਦੇਖਤ ਸਭ ਕੇ ਅੰਦਰ ਧਿਆਨਾ, ਸਿਜ ਸਮਾਨ ਖਾਲਸੇ ਜਾਣਾ। ਔਰ ਸਿੰਘਾਂ ਦੇ ਦੇਖਦੇ ਦੇਖਦੇ ਕਹਿੰਦੇ ਉਸ ਰਿਸ਼ੀ ਜੀ ਨੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ, ਉੱਥੇ ਹੀ ਅਲੋਪ ਹੋ ਗਿਆ, ਮੁੜ ਕੇ ਦਿਖਾਈ ਨਹੀਂ ਦਿੱਤਾ। ਸਿੰਘਾਂ ਨੇ ਸੋਚਿਆ ਇਹ ਤਾਂ ਕੋਈ ਰਿੱਧੀਆਂ ਸਿੱਧੀਆਂ ਵਾਲਾ ਸੀ ਭਾਈ। ਪਾਛੇ ਪੂਛਨ ਕੀ ਨ ਸਭੈ, ਦੇਵ ਬਤਾਇਓ ਸਤਿਗੁਰ ਤਬੈ। ਉਹ ਮਗਰੋਂ ਸਿੰਘਾਂ ਨੇ ਪੁੱਛਿਆ ਮਹਾਰਾਜ ਇਹ ਕੌਣ ਸੀਗਾ ਔਰ ਐਦਾਂ ਕਿਵੇਂ ਅਲੋਪ ਹੋ ਗਿਆ? ਕਮਲਾਸਨ ਕੋ ਨੰਦਨ ਨਾਰਦ, ਅਹੇ ਦੇਵ ਇੱਕ ਪਰਮ ਵਿਸ਼ਾਰਦ। ਇਹ ਭਾਈ ਵੱਡਾ ਦੇਵ ਰਿਸ਼ੀ ਹੈ, ਰਿਸ਼ੀਆਂ ਦਾ ਮੁਖੀ ਹੈ, ਬ੍ਰਹਮਾ ਦਾ ਪੁੱਤਰ ਨਾਰਦ ਮੁਨੀ। ਇਨ ਕਹਿ ਪੰਖ ਆਪ ਕਰ ਲਏ, ਇੱਕ ਸਿੰਘ ਸਵਇਮ ਕਹਿ ਗਏ। ਇਹ ਪਾਤਸ਼ਾਹ ਨੇ ਉਹ ਦੋਨੇ ਖੰਭ ਹੱਥ ਵਿੱਚ ਫੜੇ ਹਨ ਤੇ ਇੱਕ ਸਿੰਘ ਨੂੰ ਕੋਲ ਸੱਦਿਆ। ਏ ਗਮਰੋ ਕਾਰੀਗਰ ਤੀਰ, ਬੈਠ ਨਿਕਟ ਦੇ ਗਵਾਵੋ ਤੀਰ। ਕਹਿੰਦੇ ਗੱਲ ਸੁਣ ਸਿੰਘਾ, ਹਾਂ ਮਹਾਰਾਜ ਇਹ ਤੀਰ ਲੈ ਜਾ। ਕਾਰੀਗਰ ਨੂੰ ਕਹਿ ਕੇ ਦੋ ਖੰਭਾਂ ਵਿੱਚ ਚੀਰ ਪਾ ਕੇ ਤੇ ਪਿੱਛੇ ਦੋਨੇ ਤੀਰ ਫਿੱਟ ਕਰ ਦੇਵੇ ਜੀ। ਇਨ ਕੋ ਤਿਆਗ ਦੂਰ ਲੈ ਜਾਵੋ, ਦੇਖਤ ਦ੍ਰਿਗਨ ਬਾਨ ਬਣਾਵੋ। ਔਰ ਇਹ ਛੱਡ ਕੇ ਚਲਿਆ ਨਾ ਜਾਈ, ਕੋਲੇ ਬੈਠਾ ਨਹੀਂ, ਨਿਗਾਹ ਰੱਖੀ ਕਿਤੇ ਤੀਰ ਖੰਭ ਬਦਲ ਨਾ ਜਾਣ ਆਪਣੇ। ਕੋਲੇ ਬੈਠ ਕੇ ਤਿਆਰ ਕਰਵਾ ਕੇ ਲਿਆ ਦੋ ਤੀਰ। ਸਨ ਪ੍ਰਭ ਕੀ ਦੇਖਣ ਤਬ ਗਇਓ, ਨਿਕਟ ਬੈਠ ਬਨਵਾਵਤ ਪਿਓ। ਸਿੰਘ ਨੇ ਕੋਲ ਬੈਠ ਕੇ ਉਹ ਦੋਨੇ ਖੰਭ ਤੀਰਾਂ ਵਿੱਚ ਫਿੱਟ ਕਰਵਾਏ ਹਨ। ਦੀਰਘ ਪੰਖ ਸੋ ਦੀਰਘ ਬਾਨਾ, ਕਰੇ ਤਿਆਰ ਸੂਰਜ ਰਮਾਨਾ। ਵੱਡੇ ਖੰਭ ਸੀ ਤੇ ਵੱਡੇ ਵੱਡੇ ਹੀ ਦੋ ਤੀਰ ਤਿਆਰ ਕੀਤੇ ਤੇ ਪਿੱਛੇ ਇਹ ਫਿੱਟ ਕਰ ਦਿੱਤੇ। ਆਜੀ ਸਰ ਬਣਾਏ ਆਇਓ, ਸ਼੍ਰੀ ਪ੍ਰਭ ਕੋ ਦੇ ਸੀਸ ਨਿਭਾਇਓ। ਉਹ ਲਿਆ ਕੇ ਤੀਰ ਸਤਿਗੁਰਾਂ ਦੀ ਹਜ਼ੂਰੀ ਵਿੱਚ ਰੱਖ ਕੇ ਮੱਥਾ ਟੇਕਿਆ। ਆਪ ਹਾਥ ਮੇ ਧਰ ਕਰ ਹੀਰੀ, ਸਰਬ ਤੂਲ ਖਪਰੇ ਸੁਬੜੇਰੇ। ਸਤਿਗੁਰ ਨੇ ਹੱਥ ਵਿੱਚੋਂ ਖਪਰੇ ਤੀਰ ਫੜ ਕੇ ਦੇਖਣੇ ਕੀਤੇ। ਦੋਹਰਾ ਤਿਰਿਓ ਖਾਲਸਾ ਪਾਸ ਗਾਨਾ, ਹੁਕਮ ਕਰਿਓ ਮਹਾਰਾਜ। ਔਰ ਖਾਲਸਾ ਪੰਥ ਜਿਹੜਾ ਫੌਜਾਂ ਸਤਿਗੁਰਾਂ ਦੇ ਕੋਲ ਬੈਠੀਆਂ ਤੇ ਗੁਰੂ ਸਾਹਿਬ ਕੀ ਕਹਿੰਦੇ, ਦੂਰ ਦੂਰ ਲਗ ਕਰੇ, ਰਹੋ ਬਾਨ ਖੋਜਵੇ ਕਾਜ। ਫਿਰ ਵਿਚਾਰਾ ਇੱਥੇ ਰੋਕਦੇ ਆ। ਹੁਣ ਸਤਿਗੁਰ ਇਹਨਾਂ ਤੀਰਾਂ ਰਾਹੀਂ ਸਿੰਘਾਂ ਨੂੰ ਉਪਦੇਸ਼ ਦਿੰਦੇ ਹਨ। ਕੈਸਾ ਉਪਦੇਸ਼ ਦਿੰਦੇ ਆ? ਇਹ ਤੀਰ ਆ ਗਏ ਸਤਿਗੁਰਾਂ ਕੋਲ, ਸਿੰਘਾਂ ਨੂੰ ਕਹਿੰਦੇ ਸਿੰਘੋ ਮੈਂ ਤੀਰ ਚਲਾਉਣਾ, ਤੁਸੀਂ ਲੱਭ ਕੇ ਲਿਆਇਓ, ਨਿਗਾਹ ਰੱਖਿਓ ਕਿੱਧਰ ਜਾਂਦੇ ਨੇ। ਸਿੰਘਾਂ ਨੇ ਨਿਗਾਹ ਰੱਖੀ ਹੈ, ਕਿੱਧਰ ਗਏ, ਕਿੱਧਰੋਂ ਆਏ, ਲੱਭੇ ਜਾਂ ਨਾ ਲੱਭੇ। ਇਹ ਵਿਚਾਰਾ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਅਨੇਕ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗੇ ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਹੇ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ, ਅਗਨਾਸ ਹੇ ਪੂਰਨ ਹੈ ਸਰਬ ਮੈਂ, ਦੁਖ ਪੰਜਨ ਗੁਣਤਾਸ। ਹੇ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਦਾਨ, ਜਾਗੇ ਸਦਾ ਬਵੇਕ। ਹੇ ਅਪਰੰਪਰ ਹਰ ਹਰੇ, ਹੈ ਪੀਓ ਬਨਾਰ, ਹੇ ਸੰਤਹਿ ਕੈ ਸਦਾ ਸੰਗ, ਵਿਦਾਰਾ ਆਧਾਰ। ਹੇ ਠਾਕੁਰ ਹਉ ਦਾਸਰੋ, ਮੈਂ ਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ। ਰਾਖੋ ਹੀ ਪਰੋਏ, ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਤ ਦਿਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਏਕ ਓੰਕਾਰ ਸਤਿਗੁਰ, ਇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਗਨ ਵਿਨਾਸਨ ਸੋਏ, ਵਾਹਿਗੁਰੂ ਜੀ ਕੀ ਫਤਿਹ ਹੈ। ਵਿਗਨ ਵਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ।